ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੀਆਂ ਕੁਝ ਗੱਲਾਂ ਬਾਤਾਂ, ਅੱਜ ਦੇ ਕੁਝ ਮੁੱਦੇ, ਅੱਜ ਦੇ ਜਿਹੜੇ ਕੈਨੇਡਾ ਦੇ 8-10 ਮੁੱਦੇ ਨੇ ਜਿਹਦੇ ਉੱਤੇ ਚਰਚਾ ਚੱਲਦੀ ਰਹੀ ਸਾਰਾ ਦਿਨ, ਉਹ ਤੁਹਾਡੇ ਨਾਲ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਰੋਜ਼ਾਨਾ ਸਾਂਝੇ ਕਰਦੇ ਹਾਂ। ਗੱਲਾਂ ਬਾਤਾਂ ਕਰਨੀਆਂ ਕੈਂਸਰ ਦੇ ਮਰੀਜ਼ਾਂ ਸੰਬੰਧੀ, ਇੱਕ ਚੰਗੀ ਖਬਰ ਆ ਤੇ ਇੱਕ ਮਾੜੀ ਖਬਰ ਆ, ਦੋਵੇਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਅਲਬਰਟਾ ਦੇ ਹੈਲਥ ਸਿਸਟਮ ਬਾਰੇ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਕਰਨੀਆਂ। ਫਰੀडम ਕਨਵਾਈ ਦੀ ਸੁਣਵਾਈ ਚੱਲ ਰਹੀ ਹੈ ਆਟਵਾ ਦੇ ਵਿੱਚ, ਉਹਦੇ ਬਾਰੇ ਗੱਲਬਾਤ ਕਰਾਂਗੇ। ਅਮਰੀਕਾ ਦੇ ਵਿੱਚ ਮਿਡ ਟਰਮ ਇਲੈਕਸ਼ਨ ਹੋਈ ਆ, ਉਹਦੇ ਸੰਬੰਧੀ ਗੱਲਬਾਤ ਕਰਾਂਗੇ। ਕੈਨੇਡਾ ਦੇ ਵਿੱਚ ਨਵੇਂ ਸਟੂਡੈਂਟਾਂ ਲਈ ਕੁਛ ਨਵੀਆਂ ਨੌਕਰੀਆਂ ਨੇ, ਕਿੱਥੇ ਨੇ ਇਹ। ਚੀਨ ਦੇ ਵਿੱਚ ਕੋਵਿਡ ਦਾ ਫੇਰ ਰੌਲਾ ਗੋਲਾ ਪਿਆ ਆ। ਇੱਕ ਮੈਂਥਲ ਵਾਲੀਆਂ ਸਿਗਰਟਾਂ, ਜਿਹੜੀਆਂ ਪੁਦੀਨੇ ਦੀ ਮਹਿਕ ਵਾਲੀਆਂ ਸਿਗਰਟਾਂ ਬੰਦ ਕਰਨ ਦੀ ਗੱਲਬਾਤ ਚੱਲ ਰਹੀ ਆ। ਸੋਕਾ ਕੈਨੇਡਾ ਦੇ ਵਿੱਚ ਬਹੁਤ ਮਾੜਾ ਅਸਰ ਪਾ ਰਿਹਾ। ਮੈਨੀਟੋਬਾ ਦੇ ਵਿੱਚ ਨਵੇਂ ਵਿਦਿਆਰਥੀਆਂ ਦੇ ਲਈ ਕਈ ਕੁਛ ਨਵਾਂ ਕੀਤਾ ਜਾ ਰਿਹਾ। ਇਹ ਗੱਲਾਂ ਬਾਤਾਂ ਕਰਨੀਆਂ। ਪਹਿਲੀ ਖਬਰ ਜਿਹੜੀ ਅੱਜ ਤੁਹਾਡੇ ਨਾਲ ਸਾਂਝੀ ਕਰਨੀ ਆ ਉਹ ਫੋਰੈਂਸਿਕ ਲੈਬ ਦੇ ਬਾਰੇ। ਮਾਮਲਾ ਇਹ ਆ ਕਿ RCMP ਜਦੋਂ ਕੋਈ ਗੱਲਬਾਤ ਹੁੰਦੀ ਆ, ਜਦੋਂ ਕੋਈ ਸਬੂਤ ਇਕੱਠੇ ਕਰਨੇ ਹੁੰਦੇ ਆ, ਫਿਰ ਉਹਨਾਂ ਸਬੂਤਾਂ ਦੀ ਪੁਣ ਛਾਣ ਕਰਨੀ ਹੁੰਦੀ ਆ, ਉਹ ਫੋਰੈਂਸਿਕ ਲੈਬ ਦੇ ਵਿੱਚ ਭੇਜੇ ਜਾਂਦੇ ਆ। ਮੰਨ ਲਓ ਕਿਸੇ ਦੇ ਫਿੰਗਰਪ੍ਰਿੰਟ ਨੇ, ਹੱਥਾਂ ਦੀਆਂ ਉਂਗਲੀਆਂ ਦੇ ਨਿਸ਼ਾਨ ਨੇ, ਕਿਸੇ ਦਾ DNA ਆ, ਕਿਸੇ ਦੀ ਹੋਰ ਗੱਲਬਾਤ ਆ, ਉਹਨੂੰ ਸਾਰੇ ਕੁਛ ਨੂੰ ਉੱਥੇ ਫੋਰੈਂਸਿਕ ਲੈਬ ਦੇ ਵਿੱਚ ਭੇਜਿਆ ਜਾਂਦਾ। ਇੱਥੇ ਸਰੀ ਵੀ ਆਪਣੇ ਉਹ ਫੋਰੈਂਸਿਕ ਲੈਬ ਜਿਹੜੀ ਬਣੀ ਆ, ਤੁਸੀਂ ਸਾਰੇ ਜਾਣਦੇ ਆ। ਹੁਣ ਉੱਥੇ ਕਹਿੰਦੇ ਟਾਈਮ ਬਹੁਤ ਲੱਗ ਰਿਹਾ, ਕੇਸ ਸੋਲਵ ਹੀ ਨਹੀਂ ਹੋ ਰਿਹਾ, ਕਿਉਂਕਿ ਉੱਥੇ ਜਿਹੜੇ ਸਬੂਤ RCMP ਦਿੰਦੀ ਆ ਵੀ ਆਹ ਸਬੂਤ ਚੈੱਕ ਕਰਕੇ ਦੱਸੋ ਇਹ ਕਿਹਦੇ ਆ, ਸਹੀ ਆ, ਕੀ ਇਹਦੇ ਵਿੱਚ ਗੱਲਬਾਤ ਆ, ਉਹ ਪੂਰਾ ਹੀ ਨਹੀਂ ਹੁੰਦਾ। ਉੱਥੇ ਟਾਈਮ ਹੀ ਬਹੁਤ ਜ਼ਿਆਦਾ ਲੱਗ ਰਿਹਾ ਤੇ ਪਬਲਿਕ ਸੇਫਟੀ ਜਿਹੜੀ ਆ ਇਸ ਵੇਲੇ ਰਿਸਕ ਦੇ ਉੱਤੇ ਆ। ਹੁਣ ਆ ਸਿਵਿਕ ਇਲੈਕਸ਼ਨ ਹੋ ਕੇ ਹਟੀ ਆ ਆਪਣੇ ਸਿਟੀ ਦੀਆਂ, ਤੇ ਇਹਦੇ ਵਿੱਚ ਜਿਹੜੇ ਡਿਲੇਜ਼ ਨੇ ਫੋਰੈਂਸਿਕ ਲੈਬਸ ਦੇ, ਤਾਂ ਕਿ ਉੱਥੇ ਜਿਹੜਾ ਕ੍ਰਿਮੀਨਲ ਨੂੰ ਫੜਿਆ ਜਾ ਸਕੇ, ਉਹ ਡਿਲੇ ਬਹੁਤ ਜ਼ਿਆਦਾ ਆ। RCMP ਇਸ ਲੈਬ ਨੂੰ ਆਪਰੇਟ ਕਰਦੀ ਹੈ ਬਹੁਤ ਵੱਡੇ ਯਤਨਾਂ ਦੇ ਨਾਲ। ਸਰੀ ਦੇ ਵਿੱਚ ਇਹ ਲੈਬ ਇੱਥੇ ਆਈ ਸੀ, ਤੁਸੀਂ ਸਾਰੇ ਜਾਣਦੇ ਆ, ਤੇ ਬਹੁਤ ਵੱਡਾ ਇੱਕ ਜਿਹੜਾ ਇਹ ਅਚੀਵਮੈਂਟ ਸੀਗੀ ਸਰੀ ਦੀ। ਪਰ ਰੌਲਾ ਇਹ ਆ ਵੀ ਉੱਥੇ ਜਿਹੜਾ ਵੇਟ ਟਾਈਮ ਆ ਉਹ ਕਈ ਮਹੀਨੇ ਲੰਬਾ ਆ, ਤੇ ਟਾਈਮ ਲਾਈਨ ਜਿਹੜੀ ਆ ਉਹ ਦੱਸਦੀ ਆ ਕਿ ਇੰਨਾ ਕੁ ਸਮਾਂ ਲੱਗ ਜਾਂਦਾ ਕਿ ਕਈ ਵਾਰੀ ਉਹ ਸਬੂਤ ਦੀ ਕੋਈ ਗੱਲਬਾਤ ਹੀ ਨਹੀਂ ਰਹਿੰਦੀ, ਉਹਦਾ ਕੋਈ ਮਾਇਨਾ ਕੋਈ ਨਹੀਂ ਰਹਿੰਦਾ। ਵੀ ਕਿਸੇ ਦੇ ਫਿੰਗਰਪ੍ਰਿੰਟ ਦਿੱਤੇ ਆ, ਫਿੰਗਰਪ੍ਰਿੰਟ ਉਦੋਂ ਤੱਕ ਕਿਤੇ ਦੀ ਕਿਤੇ ਚਲੇ ਜਾਂਦੇ ਆ ਜਦੋਂ ਤੱਕ ਉਹ ਦੇਖਦੇ ਆ ਵੀ ਇਹ ਕਿਹਦੇ ਸੀਗੇ। ਜਿਹੜੀ ਯੂਨੀਅਨ ਆਫ ਸੇਫਟੀ ਐਂਡ ਜਸਟਿਸ ਇੰਪਲੋਈਜ਼ ਆ, ਜਿਹੜੇ ਰਿਪਰੈਜ਼ੈਂਟ ਕਰਦੇ ਯੂਨੀਅਨਾਈਜ਼ਡ ਲੈਬ ਵਰਕਰਸ ਨੂੰ, ਉਹ ਕਹਿੰਦੇ ਸਾਡੇ ਕੋਲ ਸਟਾਫ ਹੈ ਨਹੀਂ, ਅਸੀਂ ਕੁਛ ਨਹੀਂ ਕਰ ਸਕਦੇ। ਮਤਲਬ ਇੱਕ ਬੰਦਾ ਫੜ ਲਿਆ, ਉੱਥੋਂ ਉਹਨਾਂ ਨੇ ਕੋਈ ਚੀਜ਼ ਚੱਕ ਲਈ, ਉਹਦੇ ਉੱਤੇ ਹੁਣ ਕਿਹਦੀਆਂ ਉਂਗਲੀਆਂ ਦੇ ਨਿਸ਼ਾਨ ਆ ਇਹ ਪਤਾ ਕਰਨ ਦੇ ਲਈ ਉਹਨੂੰ, ਜਿੱਦਾਂ ਤੁਸੀਂ ਦੇਖਦੇ ਹੋ ਬੈਗ ਜਿਹਦੇ ਵਿੱਚ ਪਾ ਕੇ ਤਾਂ ਉੱਥੇ ਦੇ ਦਿੰਦੇ ਆ। ਜਦੋਂ ਉੱਥੇ ਦਿੰਦੇ ਆ ਉਹਦੇ ਤੋਂ ਬਾਅਦ ਫਿਰ ਉਹਨਾਂ ਨੇ ਰਿਜ਼ਲਟ ਆਉਣਾ ਹੁੰਦਾ ਵੀ ਇਹ ਜਿਹੜੇ ਫਿੰਗਰਪ੍ਰਿੰਟ ਨੇ ਇਹ ਫਲਾਣੇ ਬੰਦੇ ਦੇ ਨਾਲ ਮਿਲਦੇ ਆ, ਜਾਂ DNA ਜਾਂ ਹੋਰ ਕਈ ਤਰ੍ਹਾਂ ਦੇ, ਹਜ਼ਾਰ ਤਰ੍ਹਾਂ ਦੇ ਇਹਨਾਂ ਕੋਲੇ ਸਬੂਤ ਹੁੰਦੇ ਆ। ਪਰ ਉਹਦੀ ਜਾਂਚ ਪੜਤਾਲ ਇਸ ਲੈਬ ਨੇ ਕਰਨੀ ਹੁੰਦੀ ਆ। ਤੇ ਜਦੋਂ ਉਹ ਮਤਲਬ ਸਾਰੀ ਖੋਜ ਪੜਤਾਲ ਤੋਂ ਬਾਅਦ ਵਾਪਸ ਆਉਂਦੇ ਆ, ਉਦੋਂ ਤੱਕ ਇੱਕ ਤਾਂ ਉਹ ਜਿਹੜਾ ਜਿਹਨੂੰ ਦੋਸ਼ੀ ਲੱਭਣਾ ਆ, ਜਿਹੜਾ ਸਸਪੈਕਟ ਆ, ਉਹ ਬਾਹਰ ਆ, ਉਹ ਹੋਰ ਕ੍ਰਾਈਮ ਕਰ ਸਕਦਾ, ਕਿਉਂਕਿ ਉਹਦੇ ਤੇ ਸਬੂਤ ਹੀ ਨਹੀਂ, ਉਹਨੂੰ ਪਤਾ ਉਹ ਸਿੱਧ ਹੀ ਨਹੀਂ ਹੋਇਆ ਕਿ ਇਸ ਬੰਦੇ ਨੇ ਇਹ ਕ੍ਰਾਈਮ ਕੀਤਾ। ਸਿੱਧ ਕਿਉਂ ਨਹੀਂ ਹੋਇਆ? ਕਿਉਂਕਿ ਸਬੂਤ ਹੀ ਹੈ ਨਹੀਂ। ਸਬੂਤ ਕਿਉਂ ਹੈ ਨਹੀਂ? ਕਿਉਂਕਿ ਫੋਰੈਂਸਿਕ ਲੈਬ ਦੇ ਵਿੱਚ ਕੁਛ ਨਹੀਂ ਹੈ। ਇੱਕ ਤੇ ਉਸ ਪਾਸੇ ਨੂੰ ਦੇਰੀ ਹੁੰਦੀ ਆ, ਦੂਜਾ ਜਿਹੜਾ ਆ ਸਬੂਤ ਖਤਮ ਹੋ ਜਾਂਦੇ, ਮਿਟ ਜਾਂਦੇ ਆ ਉਹ ਹੌਲੀ ਹੌਲੀ। ਸੋ ਇਹ ਇਸ਼ੂ ਜਿਹੜਾ ਬਹੁਤ ਵੱਡਾ ਇਸ ਵੇਲੇ ਸਾਹਮਣੇ ਆ ਰਿਹਾ। ਕਈ ਮਹੀਨਿਆਂ ਦੀ ਕਹਿੰਦੇ ਇਹ ਤਰੀਕਾ ਆ। ਇੱਕ ਸਸਪੈਕਟ ਹੈਗਾ, ਉਹਨੂੰ ਜਦੋਂ ਪਰਸਨ ਨੂੰ ਲੈ ਕੇ ਆਉਣਾ ਆ, ਤੇ ਜੇ ਉਹਨੂੰ ਤੁਸੀਂ ਨਹੀਂ ਕੀਤਾ ਤੇ ਉਹ ਐਵੀਡੈਂਸ ਖਰਾਬ ਹੋ ਜਾਂਦਾ, ਤੇ ਕਿਤੇ ਨਾ ਕਿਤੇ ਉਹ ਗੱਲਬਾਤ ਜਿਹੜੀ ਆ ਖਤਮ ਹੋ ਜਾਂਦੀ ਆ। ਨਤੀਜਾ ਉਹਦਾ ਇਹ ਨਿਕਲਦਾ ਕਿ ਕ੍ਰਿਮੀਨਲ ਜਿਹੜੇ ਆ ਹੋਰ ਜ਼ਿਆਦਾ ਅੱਗੇ ਤੋਂ ਐਕਟਿਵ ਹੋਈ ਜਾਂਦੇ ਆ। ਵੈਨਕੂਵਰ ਪੁਲਿਸ ਡਿਪਾਰਟਮੈਂਟ ਵੀ ਇੱਥੇ ਆਉਂਦੀ ਆ। ਉਹ ਇੱਥੇ ਜਦੋਂ ਦਿੰਦੇ ਆ, ਜਿਹੜੇ ਪੈਰਿਸ਼ੇਬਲ ਐਵੀਡੈਂਸਿਸ ਦੱਸਦੇ ਆ, ਜਿਹਨਾਂ ਦੇ ਵਿੱਚ ਫਿੰਗਰਪ੍ਰਿੰਟਿੰਗ ਹੁੰਦੀ ਆ, DNA ਹੁੰਦੀ ਆ, ਜਾਂ ਉਸ ਸੀਨ ਦੇ ਉੱਤੋਂ ਕਈ ਕੁਛ ਜਿਹੜਾ ਮਿਲਿਆ ਹੁੰਦਾ, ਜਾਂ ਕਈ ਵਾਰੀ ਕੋਈ ਵੀਡੀਓ ਹੁੰਦੀ ਆ, ਵੀਡੀਓ ਦੇ ਵਿੱਚ ਪਛਾਣਨਾ ਵੀ ਆ ਵੀਡੀਓ ਆ, ਦੇਖੋ ਇਹ ਬੰਦਾ ਉਹੀ ਆ ਜਾਂ ਕੌਣ ਆ, ਉਹ ਵੀ ਇਹਨਾਂ ਦਾ ਫੋਰੈਂਸਿਕ ਲੈਬ ਵਾਲਿਆਂ ਦਾ ਕੰਮ ਹੁੰਦਾ। ਇਹਨਾਂ ਨੇ ਉਹ ਦੱਸਣਾ ਹੁੰਦਾ। ਉਹ ਕਈ ਵਾਰੀ 3-3 ਮਹੀਨੇ ਤੱਕ ਕਹਿੰਦੇ ਲੱਗ ਜਾਂਦੇ ਆ ਉਹਨੂੰ, ਤੇ ਹੁੰਦਾ ਕੁਛ ਨਹੀਂ। ਹੁਣ ਉਹਦੇ ਮਾਮਲੇ ਦੇ ਵਿੱਚ ਫਿਰ ਹੱਲ ਕੀ ਆ ਕਿ ਇਸੇ ਇੱਕ ਸਮੱਸਿਆ ਜਿਹੜੀ RCMP ਦੇ ਉੱਤੇ ਬਲੇਮ ਵੀ ਕੀਤਾ ਜਾਂਦਾ ਵੀ ਗੱਲ ਲਮਕਦੀ ਜਾਂਦੀ ਹੈ, ਕਰਦੇ ਕੁਛ ਨਹੀਂ। ਉਹ ਕਹਿੰਦੇ ਅਸੀਂ ਤਾਂ ਉਦੋਂ ਹੀ ਕਰਾਂਗੇ ਜਦੋਂ ਲੈਬ ਤੋਂ ਸਾਨੂੰ ਰਿਪੋਰਟ ਆਊਗੀ। ਲੈਬ ਵਾਲੇ ਕਹਿੰਦੇ ਸਾਡੇ ਕੋਲ ਸਟਾਫ ਹੈ ਨਹੀਂਗਾ, ਜੇ ਸਟਾਫ ਨਹੀਂ ਹੋਊਗਾ ਤਾਂ ਅਸੀਂ ਕੁਛ ਨਹੀਂ ਕਰ ਸਕਦੇ। ਔਰ ਹੁਣ ਪ੍ਰੋਸੈਸ ਉਹਦਾ ਕੀ ਆ? ਪੁਲਿਸ ਵਾਲੇ ਆਪਣਾ ਪੱਖ ਦੱਸਦੇ ਆ ਵੀ ਕਿਸੇ ਨੂੰ ਫੜਨ ਦੇ ਵਿੱਚ ਦੇਰੀ ਕਿਉਂ ਹੁੰਦੀ ਆ। ਉਹ ਕਹਿੰਦੇ ਕਿਸੇ ਨੂੰ ਫੜ ਲਿਆ, ਉਹ ਸਬੂਤ ਅਸੀਂ ਫੋਰੈਂਸਿਕ ਲੈਬ ਦੇ ਵਿੱਚ ਦੇ ਦਿੱਤੇ, ਤੇ ਮੁੜ ਕੇ 120 ਦਿਨ ਸਾਨੂੰ ਉਡੀਕ ਕਰਨੀ ਪੈਣੀ ਆ। 120 ਦਿਨ ਤੋਂ ਗੱਲ ਨਹੀਂ ਕਰਦੇ। ਉਹ ਤੋਂ ਬਾਅਦ ਫਿਰ ਇਨਫੋਰਮੇਸ਼ਨ ਜਿਹੜੀ ਆ ਬੈਕ ਆਉਂਦੀ ਆ, ਤੇ ਫਿਰ ਉਹ ਕਹਿੰਦੇ ਗੱਲਬਾਤ ਜਿਹੜੀ ਆ ਅੱਗੇ ਚੱਲਦੀ ਹੈ। ਜੇ ਮੰਨ ਲਓ 120 ਦਿਨਾਂ ਦੇ ਵਿੱਚ ਨਹੀਂ ਇਨਫੋਰਮੇਸ਼ਨ ਵਾਪਸ ਆਈ ਉੱਥੋਂ ਲੈਬ ਤੋਂ, ਤਾਂ ਮੁੜ ਕੇ ਫਿਰ ਉਹ ਦੁਬਾਰਾ ਉਹਨਾਂ ਨੂੰ ਉਹ ਕਹਿਣਾ ਪੈਂਦਾ, ਤੇ ਫਿਰ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਆ। ਤੇ ਗੱਲ ਜਿਹੜੀ ਇੱਦਾਂ ਹੀ ਚੱਲਦੀ ਰਹਿੰਦੀ ਆ, ਤੇ ਕਈ ਵਾਰੀ ਕਿੰਨੇ ਮਹੀਨੇ ਲੱਗ ਜਾਂਦੇ ਆ ਇਹਨਾਂ ਨੂੰ ਉਸ ਲੈਬ ਦੇ ਨਾਲ ਗੱਲਬਾਤ ਕਰਦਿਆਂ ਨੂੰ, ਕਿ 120 ਦਿਨ ਦੇ ਬਾਅਦ ਜੇਕਰ ਨਤੀਜੇ ਨਹੀਂ ਆਉਂਦੇ, ਫਿਰ ਉਹਨਾਂ ਨੂੰ ਅੱਗੇ ਜਾਣਾ ਪੈਂਦਾ, ਫਿਰ ਅੱਗੇ 120 ਦਿਨ ਹੋਰ,
ਤੇ ਜਿਹੜਾ ਕਈ ਵਾਰੀ 3 4 ਜਾਂ 5 ਸਬਮਿਸ਼ਨ ਵੀ ਕਰਨੀਆਂ ਪੈਂਦੀਆਂ ਤੇ 2 ਸਾਲ ਤੱਕ ਦਾ ਸਮਾਂ ਵੀ ਇਹ ਸਾਰੇ ਪ੍ਰੋਸੈਸ ਨੂੰ ਲੱਗ ਸਕਦਾ। ਸੋ ਲੈਬ ਹੈਗੀ ਆ, ਬਹੁਤ ਵਧੀਆ ਆ। ਪਹਿਲਾਂ ਬਾਹਰ ਭੇਜਣੇ ਪੈਂਦੇ ਸੀ ਸੈਂਪਲ, ਪਰ ਹੁਣ ਇੱਥੇ ਹੋ ਜਾਂਦੇ। ਪਰ ਰੌਲਾ ਇਹ ਆ ਕਿ ਸਟਾਫ ਹੈ ਨਹੀਂ ਤੇ ਉਹ ਲੈਬ ਕੁਛ ਵੀ ਨਹੀਂ, ਔਰ ਬਹੁਤ ਕੰਪਲੀਕੇਟਡ ਹੋਇਆ। ਕਹਿੰਦੇ ਜਿਹੜਾ ਸਸਪੈਕਟ ਆ ਉਹਦੇ ਲਈ ਮਤਲਬ DNA ਐਵੀਡੈਂਸ ਟਰੈਕ ਕਰਨਾ, ਉਹਦੇ ਚਾਰਜ ਅਪਰੂਵ ਕਰਨੇ ਕਰਾਊਨ ਕੌਂਸਲ ਨੇ, ਉਹਦੇ ਵਿੱਚ RCMP ਕੁਛ ਨਹੀਂ ਕਰ ਸਕਦੀ ਤੇ ਫਿਰ ਉਹ ਦੋਸ਼ੀ ਸਿੱਧਾ ਬਹੁਤ ਹੀ ਵਧੀਆ ਗੱਲ ਆ, ਉਹ ਬਚ ਜਾਂਦਾ। ਦੂਜੀ ਆਪਸ਼ਨ ਉਹਨਾਂ ਕੋਲ ਇਹ ਆ ਵੀ ਫਿਰ ਉਹ ਪ੍ਰਾਈਵੇਟ ਲੈਬ ਦੇ ਵਿੱਚ ਚਲੇ ਜਾਣਾ, ਪੁਲਿਸ ਵਾਲੇ, ਚਾਹੇ ਵੈਨਕੂਵਰ ਪੁਲਿਸ ਆ ਜਾਂ ਕੋਈ ਵੀ ਆ, ਜਾਣਾ ਤਾਂ ਇੱਕ ਲੈਬ ਦੇ ਵਿੱਚ ਹੀ ਉਹਨਾਂ ਨੇ, ਵੀ ਉਹ ਪ੍ਰਾਈਵੇਟ ਲੈਬ ਦੇ ਵਿੱਚ ਚਲੇ ਜਾਣ, ਉੱਥੇ ਜਾ ਕੇ DNA ਸੈਂਪਲ ਜਾਂ ਕਰ ਲੈਣ ਤੇ ਉਹ ਸਾਰਾ ਕੁਝ ਉੱਥੋਂ ਟੈਸਟ ਕੀਤਾ ਜਾ ਸਕਦਾ। ਉਹ ਕਹਿੰਦੇ ਉੱਥੇ ਅਸੀਂ ਟੈਸਟ ਤਾਂ ਕਰ ਲੈਂਦੇ ਹਾਂ, ਟੈਸਟ ਤਾਂ ਅਸੀਂ ਕਰਵਾ ਲੈਂਦੇ ਹਾਂ, ਪਰ DNA ਇੰਡੈਕਸ ਸਿਸਟਮ ਦੇ ਵਿੱਚ ਨਹੀਂ ਉਹ ਜੁੜਦਾ। ਜਿਹੜਾ ਕੰਬਾਈਨਡ DNA ਇੰਡੈਕਸ ਸਿਸਟਮ ਆ ਉਹਦੇ ਵਿੱਚ ਨਹੀਂ ਉਹ ਜੁੜਦਾ। ਸੋ ਹੁੰਦਾ ਇਹ ਆ ਕਿ ਪਤਾ ਤਾਂ ਉਹਨੂੰ ਲੱਗ ਜਾਂਦਾ, ਪਰ ਉਹ ਕੇਸ ਆਈਸੋਲੇਟਡ ਰਹਿੰਦਾ। ਉਹ ਫਿਰ ਬਾਕੀਆਂ ਦੇ ਨਾਲ ਨਹੀਂ ਪਤਾ ਲੱਗ ਸਕਦਾ ਵੀ ਅੱਛਾ ਉਹ DNA ਆ ਫਲਾਣੇ ਬੰਦੇ ਦਾ ਆ, ਇਹਦੇ ਪਹਿਲਾਂ ਆਹ ਕੰਮ ਹੋਏ, ਆਹ ਕੰਮ ਹੋਏ, ਉਹਦੇ ਨਾਲ ਨਹੀਂ ਉਹ ਜੁੜਦਾ, ਉਹ ਆਈਸੋਲੇਟਡ ਕੇਸ ਰਹਿ ਜਾਂਦਾ। ਤੇ ਫਿਰ ਮੰਨ ਲਓ ਉਹਨੇ 12 ਹੋਰ ਕੋਈ ਅਪਰਾਧ ਕੀਤੇ ਹੁਣ ਕੈਨੇਡਾ ਦੇ ਵਿੱਚ, ਉਹ ਜੁੜਨਾ ਨਹੀਂ, ਪ੍ਰਾਈਵੇਟ ਲੈਬ ਨੇ ਤੁਹਾਨੂੰ ਦੱਸ ਤਾਂ ਦੇਣਾ, ਪਰ ਉਹ ਜਿਹੜਾ ਆ ਆਈਸੋਲੇਟਡ ਰਹਿ ਜਾਣਾ। ਤੇ ਉਹ ਕਈ ਵਾਰੀ ਇਹ ਹੁੰਦਾ ਕਿ ਕਨਵਿਕਸ਼ਨ ਹੁੰਦੀ ਨਹੀਂ, ਜਿਹੜਾ ਅਪਰਾਧੀ ਹੈ ਜਿਹਨੇ ਅਪਰਾਧ ਕੀਤਾ ਹੁੰਦਾ, ਸਿੱਧ ਹੀ ਨਹੀਂ ਹੁੰਦਾ ਕਿ ਇਹਨੇ ਅਪਰਾਧ ਕੀਤਾ ਹੈ, ਕਿਉਂਕਿ ਸਬੂਤ ਇਕੱਠੇ ਕਰਦਿਆਂ ਨੂੰ ਇੰਨਾ ਸਮਾਂ ਲੱਗ ਜਾਂਦਾ ਕਿ ਜਿਹਨੂੰ ਮਤਲਬ ਉਹ ਪੂਰਾ ਹੀ ਨਹੀਂ ਕਰ ਸਕਦਾ। ਔਰ ਕਿੰਨੇ ਐਵੀਡੈਂਸ ਉਹ ਕਹਿੰਦੇ ਇਕੱਠਾ ਕਰਦਾ ਆ, ਉਹਦੇ ਤੋਂ ਬਾਅਦ ਉਹ ਲੈ ਕੇ ਜਾਂਦਾ ਆ ਪੁਲਿਸ ਆਫੀਸਰ, ਤੇ ਫਿਰ ਜਦੋਂ ਨਹੀਂ ਹੁੰਦਾ ਤੇ ਫਿਰ ਕੁਦਰਤੀ ਆ ਕਿ ਫਰਸਟ੍ਰੇਸ਼ਨ ਹੁੰਦੀ ਆ, ਬੰਦਾ ਦੁਖੀ ਹੁੰਦਾ। ਅੱਗੇ ਤੋਂ ਕਿਸੇ ਨੂੰ ਫੜਨ ਲੱਗੇ, ਜੇ ਉਹਦੇ 'ਚ ਚਾਰਜਸ ਲਾਉਣ ਲੱਗੇ, ਫਿਰ ਉਹਦੇ ਸਾਹਮਣੇ ਸੰਕਟ ਇਹੀ ਹੁੰਦਾ ਕਿ ਇਹਨਾਂ ਨੂੰ ਮਤਲਬ ਸਿੱਧ ਕਿੱਦਾਂ ਕਰਨਾ ਕਿ ਇਹੀ ਹੈ ਵੱਡੀ ਸਮੱਸਿਆ ਇਸ ਵੇਲੇ ਲੈਬਸ ਦੇ ਵਿੱਚੋਂ ਸਾਹਮਣੇ ਆਈ ਆ। ਜਦੋਂ ਅਸੀਂ ਇੱਥੇ ਗੱਲਬਾਤ ਕਰ ਰਹੇ ਹਾਂ ਸਰੀ ਪੁਲਿਸ ਬਾਰੇ ਜਾਂ RCMP ਬਾਰੇ, ਤਾਂ ਉਹਦੇ ਵਿੱਚ ਇੱਕ ਬਹੁਤ ਮਹੱਤਵਪੂਰਨ ਮੁੱਦਾ ਇਹ ਵੀ ਆ ਕਿ ਫੈਕਟਰ ਬਹੁਤ ਸਾਰੇ ਪਿੱਛੇ ਵੀ ਪਏ ਆ, ਜਿਹੜੇ ਸਿਰਫ ਪੁਲਿਸਿੰਗ ਦੇ ਨਾਲ ਸੰਬੰਧਿਤ ਨਹੀਂ, ਫੋਰੈਂਸਿਕ ਲੈਬ ਦੇ ਨਾਲ ਸੰਬੰਧਿਤ ਵੀ ਆ। ਉੱਥੇ ਵੀ ਸ਼ਾਇਦ ਕੁਛ ਨਾ ਕੁਛ ਜਿਹੜਾ ਕਰਨਾ ਪਊਗਾ। ਔਰ ਜਿਹੜਾ ਇਹ ਹੈਗਾ ਕਿ ਇਹ ਲਗਾਤਾਰ ਚੀਜ਼ਾਂ ਵੱਧ ਰਹੀਆਂ ਆ ਕਿ ਕਿਸੇ ਗੱਲ ਦੇ ਵਿੱਚ ਜਦੋਂ ਕੋਈ ਰਿਸਕ ਹੁੰਦਾ ਆ, ਉਹ ਕਾਫੀ ਜ਼ਿਆਦਾ ਵੱਧ ਜਾਂਦਾ ਆ ਜਦੋਂ ਉਹਨੂੰ ਕਿਸੇ ਬੰਦੇ ਨੂੰ ਖੁੱਲ੍ਹਾ ਛੱਡਿਆ ਜਾਂਦਾ, ਕਿਉਂਕਿ ਜਿੰਨਾ ਚਿਰ ਉਹਦੇ 'ਤੇ ਚਾਰਜ ਨਹੀਂ ਲੱਗਦੇ, ਉਹਨੂੰ ਪਤਾ ਨਹੀਂ ਲੱਗਦਾ, ਉਹਨਾਂ ਚਿਰ ਉਹਨੂੰ ਅੰਦਰ ਨਹੀਂ ਕੀਤਾ ਜਾ ਸਕਦਾ। ਤੇ ਕਿਹਾ ਜਾ ਰਿਹਾ ਕਿ ਹੁਣ ਕਿਸੇ ਨਾ ਕਿਸੇ ਤਰ੍ਹਾਂ ਸਰਕਾਰ ਨੂੰ ਇਹ ਮਸਲੇ ਨੂੰ ਹੱਲ ਕਰਨਾ ਚਾਹੀਦਾ, ਇਹਦਾ ਕੁਛ ਨਾ ਕੁਛ ਕਰਨਾ ਚਾਹੀਦਾ, ਤਾਂ ਕਿ ਅਪਰਾਧੀ ਜਿਹੜਾ ਬੰਦਾ ਅਪਰਾਧ ਕਰ ਰਿਹਾ ਉਹਨੂੰ ਸਜ਼ਾ ਮੌਕੇ 'ਤੇ ਟਾਈਮ 'ਤੇ ਮਿਲ ਸਕੇ, ਤਾਂ ਕਿ ਉਹ ਅੱਗੇ ਅਪਰਾਧ ਕਰਨ ਤੋਂ ਰੁਕ ਸਕੇ। ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਕੈਂਸਰ ਦੇ ਨਾਲ ਸੰਬੰਧਿਤ ਆ। 2 ਖਬਰਾਂ ਨੇ ਅਸਲ ਦੇ ਵਿੱਚ, ਇੱਕ ਚੰਗੀ ਖਬਰ ਆ ਤੇ ਇੱਕ ਮਾੜੀ ਖਬਰ ਆ। ਕੈਨੇਡੀਅਨ ਕੈਂਸਰ ਸੁਸਾਇਟੀ ਦੀ ਇੱਕ ਰਿਪੋਰਟ ਆਈ ਆ, ਉਹਦੇ ਵਿੱਚ ਚੰਗੀ ਖਬਰ ਪਹਿਲਾਂ ਇਹ ਆ ਕਿ ਜਿਹਨਾਂ ਲੋਕਾਂ ਨੂੰ ਕੈਂਸਰ ਹੋ ਜਾਂਦਾ ਕੈਨੇਡਾ ਦੇ ਵਿੱਚ, ਭਾਵੇਂ ਨਾਮਰਾਦ ਬਿਮਾਰੀ ਆ, ਪਰ ਉਹ ਲੋਕ ਲੰਬਾ ਸਮਾਂ ਜਿਉਂਦੇ ਰਹਿੰਦੇ ਆ ਤੇ ਉਹ ਕਿਸੇ ਨਾ ਕਿਸੇ ਤਰ੍ਹਾਂ ਮਤਲਬ ਇਹਦੇ ਨਾਲ ਸਰਵਾਈਵ ਕਰਦੇ ਆ। ਇਲਾਜ ਜਿਹੜਾ ਲੋਕਾਂ ਦਾ ਚੰਗੇ ਤਰੀਕੇ ਦੇ ਨਾਲ ਇੱਥੇ ਕੀਤਾ ਜਾਂਦਾ। ਰਿਪੋਰਟ ਆਈ ਆ, ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ 15 ਲੱਖ ਲੋਕ ਕੈਨੇਡਾ ਦੇ ਵਿੱਚ ਜਿਹਨਾਂ ਨੂੰ ਕੈਂਸਰ ਡਾਇਗਨੋਸ ਕੀਤਾ ਗਿਆ ਪਿਛਲੇ 25 ਸਾਲਾਂ ਦੇ ਵਿੱਚ, ਤੇ ਜਨਵਰੀ ਤੋਂ ਜਨਵਰੀ 18 ਤੱਕ, ਤੇ ਉਹ ਕਹਿੰਦੇ ਕਿ ਜਿਹੜੇ ਇਸ ਵੇਲੇ ਵੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਜਿਉਂਦੇ ਆ। ਅੱਧੇ ਤੋਂ ਜ਼ਿਆਦਾ ਜਿਹੜੇ ਕੈਂਸਰ ਦੇ ਮਰੀਜ਼ ਨੇ ਉਹ 5 ਸਾਲ ਤੋਂ ਜ਼ਿਆਦਾ ਸਮਾਂ, ਜਾਂ ਘੱਟੋ ਘੱਟ 5 ਸਾਲ ਤਾਂ ਉਹ ਜਿਉਂਦੇ ਰਹੇ। ਮਤਲਬ ਕੈਂਸਰ ਦਾ ਇਲਾਜ, ਕੈਂਸਰ ਬਹੁਤ ਆ, ਕਿਤੇ ਨਾ ਕਿਤੇ ਦੀ ਗੱਲਬਾਤ ਮਿਲ ਹੀ ਜਾਂਦੀ ਹੈ ਸਾਨੂੰ, ਪਰ ਇਹਦੇ ਨਾਲ ਇੰਨਾ ਕੁ ਇਲਾਜ ਵਧੀਆ ਜਿਹੜਾ ਇੱਥੇ ਹੁਣ ਹੋ ਚੁੱਕਿਆ ਵੀ ਲੋਕ ਜਿਉਂਦੇ ਰਹਿੰਦੇ, ਬਾਕੀਆਂ ਬਿਮਾਰੀਆਂ ਵਰਗੀ ਇੱਕ ਬਿਮਾਰੀ ਬਣ ਗਈ ਹੈ। ਔਰ ਇਹਦੇ ਵਿੱਚ ਬਹੁਤ ਸਾਰੀ ਇਨਵੈਸਟਮੈਂਟ ਕੀਤੀ ਗਈ ਹੈ ਰਿਸਰਚ ਦੇ ਵਿੱਚ। ਉਹ ਜਿਹੜੀ ਇੰਨੀ ਪੈਸਾ ਸਰਕਾਰ ਨੇ ਇਸ ਰਿਸਰਚ ਦੇ ਵਿੱਚ ਲਾਇਆ, ਉਹ ਹੁਣ ਪੇ ਆਫ ਕਰ ਰਿਹਾ, ਮਤਲਬ ਉਹਦਾ ਫਾਇਦਾ ਹੋ ਰਿਹਾ ਇਸ ਵੇਲੇ ਕਿ ਜਿਹੜੀਆਂ ਇਫੈਕਟਿਵ ਟਰੀਟਮੈਂਟਸ ਆ ਉਹਦੇ ਨਾਲ ਸੰਬੰਧ, ਕਿਉਂਕਿ ਕੈਂਸਰ ਨੂੰ ਰੋਕਿਆ ਤਾਂ ਨਹੀਂ ਜਾ ਰਿਹਾ, ਪਰ ਜਿਹਨੂੰ ਕੈਂਸਰ ਹੋ ਜਾਂਦਾ ਉਹ ਇੱਕ ਬਾਕੀ ਬਿਮਾਰੀਆਂ ਵਰਗੀ ਬਿਮਾਰੀ ਬਣ ਕੇ ਰਹਿ ਜਾਂਦਾ। ਬਹੁਤ ਸਾਰੇ ਲੋਕ ਆ ਜਿਹੜੇ ਕੈਨੇਡਾ ਦੇ ਵਿੱਚ, ਮਤਲਬ ਇੱਕ ਚੰਗੀ ਖਬਰ ਆ ਕਿ ਲੋਕ ਇਹਦੇ ਨਾਲ ਲੜ ਰਹੇ ਆ, ਇਹਦੇ ਨਾਲ ਕੈਂਸਰ ਹੋਣ ਦੇ ਬਾਵਜੂਦ ਜੀ ਰਹੇ ਆ ਤੇ ਨਾਰਮਲ ਲਾਈਫ ਜਿਹੜੀ ਆਪਣੀ ਉਹ ਜੀ ਰਹੇ ਆ। ਇਹ ਡਾਟਾ ਜਿਹੜਾ ਦੱਸ ਰਿਹਾ। 2012 ਦੀ ਜਿਹੜੀ ਗੱਲਬਾਤ ਆ ਕਿ ਅਪਰੋਕਸੀਮੇਟਲੀ 1,93,000 ਲੋਕ ਪੂਰੇ ਦੇਸ਼ ਦੇ ਵਿੱਚ ਡਾਇਗਨੋਸ ਹੋਏ ਸੀ ਕੈਂਸਰ ਦੇ ਨਾਲ, ਜਿਹੜਾ ਨੰਬਰ ਵੱਧ ਕੇ 2,06,000 ਹੋ ਗਿਆ 2017 ਦੇ ਵਿੱਚ। ਸੋ 5 ਸਾਲਾਂ ਦੇ ਵਿੱਚ ਨੰਬਰ ਵੱਧ ਗਿਆ। ਜਿਹੜੀ ਕੈਨੇਡੀਅਨ ਕੈਂਸਰ ਸੁਸਾਇਟੀ ਆ ਉਹ ਅੰਦਾਜ਼ਾ ਲਾ ਰਹੀ ਹੈ ਕਿ ਇਹ 2,34,000 ਦੇ ਕਰੀਬ ਜਿਹੜੇ ਡਾਇਗਨੋਸ ਨੇ ਉਹ ਹੌਲੀ ਹੌਲੀ ਇਹ ਵੱਧ ਗਏ ਆ। ਤੇ ਦੂਜਾ ਉਹਦਾ ਕਾਰਨ ਇਹ ਦੱਸਦੇ ਆ ਕਿ ਕੈਨੇਡਾ ਦੀ ਜਿਹੜੀ ਪਾਪੂਲੇਸ਼ਨ ਆ ਉਹ ਏਜਿੰਗ ਆ,
ਬਜ਼ੁਰਗ ਜ਼ਿਆਦਾ ਨੇ ਤੇ ਉਸ ਉਮਰ ਦੇ ਵਿੱਚ ਜਾ ਕੇ ਇਹਦੇ ਚਾਂਸਸ ਵੀ ਕਾਫੀ ਜ਼ਿਆਦਾ ਵੱਧ ਜਾਂਦੇ ਆ। ਸੋ ਹੁਣ ਜਿਹੜੀ ਇਹਦੀ ਮੈਨੇਜਮੈਂਟ ਆ ਕਿ ਇਹ ਇਸ ਬਿਮਾਰੀ ਦੇ ਨਾਲ ਜਿਉਣਾ ਕਿੱਦਾਂ ਆ ਜਾਂ ਇਹਦੀ ਇਫੈਕਟਿਵ ਟਰੀਟਮੈਂਟ ਕੀ ਆ, ਉਸ ਕੰਮ ਦੇ ਵਿੱਚ ਕੈਨੇਡਾ ਕਾਫੀ ਅੱਗੇ ਆ ਤੇ ਬਹੁਤ ਜਿਹੜੇ ਲੋਕ ਨੇ ਉਹ ਇਹਦੇ ਨਾਲ ਜੀ ਰਹੇ ਨੇ। ਕਈ ਫੈਕਟਰ ਇਹਦੇ 'ਚ ਕੰਮ ਕਰਦੇ, ਤੁਸੀਂ ਰੂਰਲ ਏਰੀਏ 'ਚੋਂ ਅਰਬਨ ਏਰੀਏ ਦੇ ਵਿੱਚੋਂ ਉੱਥੇ ਜਿਹੜੇ ਰੂਰਲ ਦੇ ਵਿੱਚ ਜ਼ਿਆਦਾ ਹਾਇਰ ਰੇਟਸ ਆਫ ਕੈਂਸਰ ਹੈਗੇ ਆ ਪਿੰਡਾਂ ਵਾਲਿਆਂ ਦੇ ਵਿੱਚ ਜਿਹੜੇ ਇੱਥੇ ਕੈਨੇਡਾ ਦੇ ਵਿੱਚ ਰਹਿੰਦੇ ਆ, ਤੇ ਦੂਜਾ ਜਿਹੜੇ ਬਜ਼ੁਰਗ ਨੇ ਉਹਨਾਂ ਦੇ ਵਿੱਚ ਇਹਦਾ ਜਿਹੜਾ ਕਾਫੀ ਜ਼ਿਆਦਾ, ਜਾਂ ਦੂਜੇ ਬਹੁਤ ਸਾਰੇ ਫੈਕਟਰ ਆ, ਸ਼ਰਾਬ, ਸਿਗਰਟ ਜਾਂ ਮੋਟਾਪਾ, ਇਹ ਮੁੱਖ ਕਾਰਨ ਦੱਸਦੇ ਆ ਜਿਨ੍ਹਾਂ ਦੇ ਕਰਕੇ ਇਹਦਾ ਰਿਸਕ ਹੋਰ ਜ਼ਿਆਦਾ ਵੱਧ ਜਾਂਦਾ ਕੈਂਸਰ ਦੇ ਨਾਲ। ਇਹ ਤਾਂ ਚੰਗੀ ਖਬਰ ਆ। ਮਾੜੀ ਖਬਰ ਇਹਦੇ ਨਾਲ ਇਹ ਆ ਰਹੀ ਆ ਕਿ ਜਿਹੜੇ ਸਾਡੀਆਂ ਹੈਲਥ ਸਰਵਿਸਿਜ਼ ਦੇ ਵਿੱਚ ਆ, ਉੱਥੇ ਇਹਦੀ ਜਿਹੜੇ ਰੇਡੀਓਲੋਜਿਸਟ ਨੇ ਜਿਹੜੇ ਸਕੈਨਿੰਗ ਕਰਦੇ ਆ ਜਾਂ ਦੂਜੀਆਂ ਤੀਜੀਆਂ ਚੀਜ਼ਾਂ ਕਰਦੇ ਆ, ਉੱਥੇ ਵੇਟਿੰਗ ਟਾਈਮ ਬਹੁਤ ਆ। ਮੈਡੀਕਲ ਇਮੇਜਿੰਗ ਲਈ ਟੈਸਟ, ਕੈਂਸਰ ਦਾ ਟੈਸਟ ਕਰਨ ਦੇ ਲਈ ਜਿਹੜਾ ਵੇਟ ਟਾਈਮ ਆ ਉਹ ਬਹੁਤ ਜ਼ਿਆਦਾ ਆ। ਤੇ ਸਵਾਲ ਫਿਰ ਉੱਥੇ ਦਾ ਇੱਕੋ ਹੀ ਖੜਾ, ਜਿਹੜਾ ਅੱਜ ਕੱਲ੍ਹ ਹਰ ਸਮੱਸਿਆ ਦੀ ਇੱਕੋ ਹੀ ਗੱਲ ਕਹੀ ਜਾਂਦੀ ਕਿ ਸਟਾਫ ਸ਼ਾਰਟੇਜ ਆ। ਜਿਹੜਾ ਯੂਨੀਵਰਸਿਟੀ ਆਫ BC ਦੇ ਵਿੱਚ ਜਿਹੜੀ UBC ਆ, ਇੱਥੇ ਕੁਝ ਪ੍ਰੋਫੈਸਰ ਨੇ ਰੇਡੀਓਲੋਜੀ ਡਿਪਾਰਟਮੈਂਟ ਦੇ ਵਿੱਚ, ਉਹ ਦੱਸਦੇ ਆ ਕਿ ਵੇਟ ਟਾਈਮ ਇਹਨੂੰ ਮੰਨ ਲਓ ਇਹਨਾਂ ਦੀ ਕੁਝ ਲੋਕਾਂ ਦੀ ਜਿਹੜੀ ਮਹਾਰਤ ਆ ਉਹ ਬ੍ਰੈਸਟ ਇਮੇਜਿੰਗ ਦੇ ਵਿੱਚ ਆ। ਜਿਹੜਾ ਔਰਤਾਂ ਦੇ ਵਿੱਚ ਕੈਂਸਰ ਹੁੰਦਾ ਉਹਨੂੰ ਟੈਸਟ ਕਰਨ ਦੇ ਲਈ ਜਾਂ ਉਹਨੂੰ ਡਾਇਗਨੋਸ ਦੇ ਲਈ, ਉਹਦਾ ਵੀ ਕੈਂਸਰ ਹੈਗਾ ਆ ਜਾਂ ਨਹੀਂ ਹੈਗਾ, ਉਹਦੇ ਲਈ ਉਹ ਜਿਹੜਾ ਟਾਈਮ ਆ ਉਹ ਵਧੀ ਜਾ ਰਿਹਾ। ਔਰਤ ਨੂੰ ਜਿਹੜੀ ਨੀਡਲ ਬਾਇਓਪਸੀ ਚਾਹੀਦੀ ਹੁੰਦੀ ਆ ਕੈਂਸਰ ਸੈਲਸ ਨੂੰ ਚੈੱਕ ਕਰਨ ਲਈ, ਤਾਂ ਜਿਹੜਾ ਔਰ ਅਲਟਰਾਸਾਊਂਡ ਦੇ ਕੁਛ ਦਿਨਾਂ ਦੇ ਵਿੱਚ ਉਹ ਜਿਹੜੇ ਵੇਟ ਟਾਈਮਸ ਨੇ ਉਹ 3 ਮਹੀਨਿਆਂ ਤੋਂ ਜ਼ਿਆਦਾ ਇਸ ਵੇਲੇ ਹੋ ਚੁੱਕੇ ਆ। ਵੇਟ ਟਾਈਮ ਮੈਡੀਕਲ ਇਮੇਜਿੰਗ ਦੇ ਲਈ ਬਹੁਤ ਜ਼ਿਆਦਾ ਹੋ ਚੁੱਕਿਆ। ਕੁਛ ਜਿਹੜੇ ਕੈਂਸਰਸ ਨੇ ਉਹ ਬਹੁਤ ਜ਼ਿਆਦਾ ਤੇਜ਼ੀ ਨਾਲ ਫੈਲਦੇ ਆ। ਜਿਹੜਾ ਬ੍ਰੈਸਟ ਕੈਂਸਰ ਆ ਇਹ ਵਿਚਕਾਰ ਜੇ ਆਉਂਦਾ ਆ ਕਿ ਨਾ ਤੇਜ਼ੀ ਨਾਲ ਫੈਲਦਾ, ਨਾ ਇਹਨੂੰ ਡਿਲੇ ਕੀਤਾ ਜਾ ਸਕਦਾ। ਪਰ ਜਿਹੜੀਆਂ ਔਰਤਾਂ ਦੇ ਵਿੱਚ ਇਹ ਰੈਪਿਡਲੀ ਗਰੋ ਕਰਦੇ ਆ ਕੈਂਸਰਸ, ਜੇ ਉਹਨਾਂ ਦੇ ਲੰਪ ਹੋਣ ਬ੍ਰੈਸਟ ਦੇ ਵਿੱਚ, ਜਾਂ ਉਹਦੇ ਫਿਰ ਟੈਸਟ ਕੀਤੇ ਜਾਣੇ ਹੁੰਦੇ ਆ, ਨੀਡਲ ਬਾਇਓਪਸੀ ਕੀਤੀ ਜਾਂਦੀ ਆ, ਉਹਦਾ ਸੈਂਪਲ ਲੈ ਕੇ ਟੈਸਟ ਕੀਤਾ ਜਾਂਦਾ ਉਹ ਸੈਲਸ ਨੂੰ। ਉਸ ਮਾਮਲੇ ਦੇ ਵਿੱਚ ਜਿਹੜੀ ਉਹ ਟੈਸਟਿੰਗ ਦਾ ਟਾਈਮ ਦੀ ਵੇਟ ਆ ਉਹ ਜ਼ਿਆਦਾ ਆ। ਸੋ ਇਹ ਇੱਕ ਵੱਡੀ ਸਮੱਸਿਆ ਇਸ ਵੇਲੇ ਹੈਗੀ ਆ। ਕੋਵਿਡ-19 ਤੋਂ ਪਹਿਲਾਂ ਵੀ ਇਹੀ ਹਾਲ ਸੀਗਾ। ਕਈ ਵਾਰੀ MRI ਦੇ ਲਈ ਉਹ ਕਰਦੇ ਆ ਤੇ MRI ਨੂੰ ਫਿਰ ਉਹਦੀ ਵਾਰੀ ਆਉਣ ਤੱਕ ਸਾਲ ਲੱਗ ਜਾਂਦਾ। ਤੇ ਸੋਚ ਕੇ ਦੇਖੋ, ਜੇ ਇਸ ਵਿਅਕਤੀ ਨੂੰ ਇਹ ਟੈਸਟ ਕੀਤਾ ਜਾਣਾ ਵੀ ਇਹਨੂੰ ਕੈਂਸਰ ਹੈਗਾ ਕਿ ਨਹੀਂ ਹੈਗਾ, ਤੇ ਜੇ ਉਹਨੂੰ ਸਾਲ ਉਡੀਕਦੇ ਨੂੰ ਲੱਗ ਗਿਆ ਤਾਂ ਉਹਦਾ ਕੀ ਹਾਲ ਬਣੂਗਾ। ਇਹ ਇੱਥੇ ਇੱਕ ਇਸ ਵੇਲੇ ਵੱਡੀ ਸਮੱਸਿਆ ਆ। ਕੁਛ ਪ੍ਰੋਵਿੰਸਿਸ ਦੇ ਵਿੱਚ ਵੇਟ ਘੱਟ ਆ, ਉਧਰ ਓਨਟਾਰੀਓ ਦੇ ਵਿੱਚ ਵੇਟ ਟਾਈਮ ਘੱਟ ਆ, ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹ ਵੇਟ ਟਾਈਮ ਕਾਫੀ ਜ਼ਿਆਦਾ ਆ। ਤੇ ਇਹ ਕੁਦਰਤੀ ਤੌਰ ਦੇ ਉੱਤੇ ਕੁਛ ਨਾ ਕੁਛ ਨੁਕਸਾਨ ਕਰ ਰਿਹਾ। ਹਾਲਾਂਕਿ ਕਈ ਥਾਵਾਂ ਦੇ ਉੱਤੇ ਵੱਖਰੀਆਂ ਪ੍ਰੋਬਲਮਸ ਨੇ। ਇਹਨਾਂ ਦੀ ਇੱਕ ਸੁਸਾਇਟੀ ਆ BC ਰੇਡੀਓਲੋਜਿਸਟ ਸੁਸਾਇਟੀ, ਉਹਨਾਂ ਨੇ BC ਹੈਲਥ ਮਿਨਿਸਟਰ ਏਡਰੀਅਨ ਡਿਕਸ ਨੂੰ ਚਿੱਠੀ ਲਿਖੀ ਸੀ ਸਤੰਬਰ ਦੇ ਵਿੱਚ ਆਪਣੇ ਇਸ ਕੰਸਰਨ ਦੇ ਲਈ ਕਿ ਅਸੀਂ ਚੈੱਕ ਕਰ ਰਹੇ ਹਾਂ ਪਰ ਮਰੀਜ਼ਾਂ ਦੇ ਲਈ ਵੇਟਿੰਗ ਟਾਈਮ ਬਹੁਤ ਜ਼ਿਆਦਾ ਆ, ਮੈਡੀਕਲ ਇਮੇਜਿੰਗ ਦੇ ਲਈ ਟਾਈਮ ਜ਼ਿਆਦਾ ਆ, ਇਹਦਾ ਕੁਛ ਨਾ ਕੁਛ ਕੀਤਾ ਜਾਵੇ। ਜਿਹੜੇ ਪੁਰਾਣੇ ਇਕਵਿਪਮੈਂਟ ਆ ਉਹਨਾਂ ਨੂੰ ਵੀ ਰਿਪਲੇਸ ਕੀਤਾ ਜਾਵੇ। ਜਿਹੜੇ ਕੈਨੇਡੀਅਨ ਇੰਸਟੀਚਿਊਟ ਆਫ ਹੈਲਥ ਐਂਡ ਇਨਫੋਰਮੇਸ਼ਨ ਆ ਉਹਦੇ ਵਿੱਚ ਜਿਹੜਾ ਡਾਟਾ ਮਿਲਿਆ 2020 ਦਾ, ਉਹ ਦੱਸਦੇ ਆ ਕਿ ਜਿਹੜੇ ਸਭ ਤੋਂ ਘੱਟ ਮੈਡੀਕਲ ਰੇਡੀਏਸ਼ਨ ਟੈਕਨੋਲੋਜਿਸਟ ਪਰ ਕੈਪੀਟਾ ਜਿਹੜੇ ਕੈਨੇਡਾ ਦੇ ਵਿੱਚ ਨੇ ਉਹ BC ਵਿੱਚ ਨੇ। ਮਤਲਬ ਜਿਹੜੇ ਉਹ ਟੈਸਟ ਕਰਨ ਵਾਲੇ ਬੰਦੇ ਨੇ, ਜਿਹੜੇ ਰੇਡੀਓਲੋਜਿਸਟ ਨੇ, ਉਹ ਸਭ ਤੋਂ ਘੱਟ BC ਵਿੱਚ ਹੈਗੇ ਆ। ਤੇ ਪ੍ਰੋਵਿੰਸ ਨੂੰ ਘੱਟੋ ਘੱਟ 1300 ਐਡੀਸ਼ਨਲ ਟੈਕਨੋਲੋਜਿਸਟ ਚਾਹੀਦਾ ਇਸ ਵੇਲੇ ਤਾਂ ਕਿ ਇਹ ਨੈਸ਼ਨਲ ਐਵਰੇਜ ਦੇ ਨਾਲ ਮਿਲ ਸਕਣ। ਹੁਣ ਓਨਟਾਰੀਓ ਦੇ ਵਿੱਚ ਹਾਲ ਇਸ ਤਰ੍ਹਾਂ ਦਾ ਨਹੀਂ ਹੈ, ਉੱਥੇ ਚੰਗੀ ਹਾਲਤ ਆ, ਉੱਥੇ ਵੇਟ ਟਾਈਮ ਇੰਨਾ ਜ਼ਿਆਦਾ ਨਹੀਂ ਹੈ। BC ਦੇ ਵਿੱਚ ਜਿਹੜੇ ਜਿੱਦਾਂ ਸਟਾਫ ਸ਼ਾਰਟੇਜ ਆ, ਉਹ ਟੈਕਨੋਲੋਜਿਸਟ ਹੀ ਹੈ ਨਹੀਂਗੇ। ਜੇ 1300 ਹੋਰ ਟੈਕਨੋਲੋਜਿਸਟ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਊਗਾ ਫਿਰ ਜਾ ਕੇ ਅਸੀਂ ਬਾਕੀ ਕੈਨੇਡਾ ਦੇ ਬਰਾਬਰ ਹੋਵਾਂਗੇ, ਨਹੀਂ ਤਾਂ ਅਸੀਂ ਇੰਨਾ ਪਿੱਛੇ ਆ। ਜਿਹੜੇ ਅਲਟਰਾਸਾਊਂਡ ਕਰਦੇ ਆ, ਸੋਨੋਗ੍ਰਾਫਰ, ਉਹਨਾਂ ਦੀ ਵੀ ਕਹਿੰਦੇ ਬਹੁਤ ਜ਼ਿਆਦਾ ਇੱਥੇ ਜਿਹੜੀ ਕਮੀ ਹੈਗੀ ਆ, ਉਹਨਾਂ ਵੀ ਰਿਕਰੂਟ ਕਰਨ ਦੀ ਲੋੜ ਆ। ਇਸ਼ੂ ਹੈਗਾ ਕੱਲਾ, ਦੂਜਾ ਗੱਲ ਇਹ ਆ ਕਿ ਕੱਲੇ ਇਹ ਇਸ਼ੂ ਬ੍ਰਿਟਿਸ਼ ਕੋਲੰਬੀਆ ਦਾ ਹੀ ਨਹੀਂ ਆ। ਜਿਹੜੀ ਕੈਨੇਡੀਅਨ ਐਸੋਸੀਏਸ਼ਨ ਆਫ ਰੇਡੀਓਲੋਜਿਸਟ ਆ, ਉਹਨਾਂ ਨੇ ਫੈਡਰਲ ਸਰਕਾਰ ਨੂੰ ਕਿਹਾ ਸੀ, ਜਿਵੇਂ ਜਿਹੜੇ BC ਵਾਲੇ ਆ ਇਹਨਾਂ ਨੇ ਤਾਂ ਕੁਦਰਤੀ ਤੌਰ ਤੇ ਪ੍ਰੋਵਿੰਸ ਨੂੰ ਕਿਹਾ ਸੀ, ਜਿਹੜੇ ਸਾਰੇ ਕੈਨੇਡਾ ਦੇ ਉਹਨਾਂ ਨੇ ਰਲ ਕੇ ਵੀ ਫੈਡਰਲ ਗਵਰਨਮੈਂਟ ਨੂੰ ਕਿਹਾ ਸੀ ਕਿ ਸਾਨੂੰ 1 ਬਿਲੀਅਨ ਦੀ ਫੰਡਿੰਗ ਚਾਹੀਦੀ ਆ 3 ਸਾਲਾਂ ਦੇ ਵਿੱਚ, ਤਾਂ ਕਿ ਅਸੀਂ ਆਪਣਾ ਸਮਾਨ ਜਿਹੜਾ ਇਹ ਅਲਟਰਾਸਾਊਂਡ ਜਾਂ ਦੂਜਾ ਕਰਨ ਵਾਲਾ ਆ ਇਹ ਨਵਾਂ ਲੈ ਸਕੀਏ।
ਇਸ ਸਾਲ ਸ਼ੁਰੂ ਦੇ ਵਿੱਚ BC ਕੈਂਸਰ ਏਜੰਸੀ ਜਿਹੜੀ ਆ ਉਹਨਾਂ ਨੇ ਦੱਸਿਆ ਸੀ ਕਿ ਸਟਾਫ ਇੱਕ ਵੱਡਾ ਇਸ਼ੂ ਆ ਸਾਡੇ ਕੋਲ। ਇਹ ਸਾਰੇ ਕੁਛ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਅਸੀਂ 31,000 ਬ੍ਰਿਟਿਸ਼ ਕੋਲੰਬੀਅਨ ਜਿਹੜੇ ਆ ਉਹਨਾਂ ਨੂੰ ਕੈਂਸਰ ਦੇ ਨਾਲ ਡਾਇਗਨੋਜ਼ ਕੀਤਾ 2022 ਦੇ ਵਿੱਚ ਇਸ ਏਜੰਸੀ ਦੇ ਨਾਲ। ਤੇ ਜੇ ਹੋਰ ਸਟਾਫ ਤੇ ਵਧੀਆ ਇਕਵਿਪਮੈਂਟ ਹੋਵੇ ਤਾਂ ਇਹ ਵੇਟ ਟਾਈਮ ਘਟਾਇਆ ਜਾ ਸਕਦਾ, ਨਹੀਂ ਤਾਂ ਇਹਦੇ ਨਾਲ ਨੁਕਸਾਨ ਜਿਹੜਾ ਜ਼ਿਆਦਾ ਹੋ ਰਿਹਾ। ਹੋਰ ਖਬਰ ਆ ਸਾਡੇ ਕੋਲ ਅਲਬਰਟਾ ਹੈਲਥ ਸਰਵਿਸ ਦੀ ਖਬਰ ਇਹ ਆ ਕਿ ਜਿਹੜਾ ਇੱਕ ਉਹਨਾਂ ਨੇ ਕਨੈਕਟ ਕੋਰ ਨਾਂ ਦੀ ਜਿਹੜੀ ਗੱਲਬਾਤ ਸ਼ੁਰੂ ਕੀਤੀ ਆ 135 ਹੈਲਥ ਕੇਅਰ ਸਾਈਟਸ ਦੇ ਉੱਤੇ। ਰੌਲਾ ਕੀ ਹੈ ਕਿ ਜਦੋਂ ਬੰਦਾ ਇੱਕ ਹੈਲਥ ਸਾਈਟ ਦੇ ਉੱਤੇ ਜਾਂਦਾ ਤਾਂ ਉਹਦਾ ਡਾਟਾ ਦੂਜੀ ਥਾਂ ਦੇ ਉੱਤੇ ਅਵੇਲੇਬਲ ਹੋਵੇ, ਉਹਨੂੰ ਕਿਹੜੀ ਬਿਮਾਰੀ ਨੇ, ਕਦੋਂ ਕਿਹੜੀ ਦਵਾਈ ਲਈ ਸੀ, ਉਹਨੂੰ ਕਿਹੜੇ ਡਾਕਟਰ ਨੇ ਕੀ ਦਿੱਤਾ ਸੀ, ਉਹ ਸਾਰੇ ਡਾਟੇ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਇੱਕ ਥਾਂ ਦੇ ਉੱਤੇ ਵਿਅਕਤੀ ਦਾ ਸਾਰਾ ਕੁਝ ਉੱਥੇ ਉਪਲਬਧ ਹੋ ਸਕੇ। ਕਨੈਕਟ ਕੇਅਰ ਜਿਹੜਾ ਇਹ ਜਿਹੜੀ ਟਰਮ ਵਰਤੀ ਜਾ ਰਹੀ ਆ ਕਿ ਪੂਰੇ ਅਲਬਰਟਾ ਹੈਲਥ ਸਰਵਿਸਿਜ਼ ਦੇ ਵਿੱਚ ਇੱਕ ਸਟੈਂਡਰਡਾਈਜ਼ ਕੇਅਰ ਜਿਹੜੀ ਉਹ ਦਿੱਤੀ ਜਾਊਗੀ। ਹੈਲਥ ਰੈਕਡ ਜਿਹੜੇ ਆ ਉਹਨੂੰ ਐਕਸੈਸ ਕੀਤਾ ਜਾ ਸਕਦਾ ਇਨਫੋਰਮੇਸ਼ਨ ਸਿਸਟਮ ਦੇ ਵਿੱਚ, ਜਿਹਦੇ ਵਿੱਚ 25,000 ਸਟਾਫ ਤੇ ਫਿਜ਼ੀਸ਼ੀਅਨ ਇਨਵੋਲਵ ਨੇ। ਅਲਬਰਟਾ ਹੈਲਥ ਸਰਵਿਸ ਨੇ ਕਿਹਾ ਕਿ ਇਹਦਾ ਜਿਹੜਾ ਲਾਂਚ ਆ 5 ਅਕਿਊਟ ਲੌਂਗ ਟਰਮ ਕੇਅਰ ਸਾਈਟਸ ਕੈਲਗਰੀ ਦੇ ਵਿੱਚ, ਨਾਰਥ ਤੇ ਸੈਂਟਰਲ ਜ਼ੋਨਸ ਅਲਬਰਟਾ ਹੈਲਥ ਸਰਵਿਸ ਦੇ ਵਿੱਚ, 2 ਮੇਜਰ ਪ੍ਰੋਵਿੰਸ਼ੀਅਲ ਪ੍ਰੋਗਰਾਮ ਕੈਂਸਰ ਕੇਅਰ ਅਲਬਰਟਾ ਤੇ ਅਲਬਰਟਾ ਕਿਡਨੀ ਕੇਅਰ। ਇਸੇ ਤਰ੍ਹਾਂ ਜਿਹੜਾ ਪਹਿਲਾ ਲਾਂਚ ਇਹਦਾ ਇਨਵੋਲਵ ਆ ਉਹਦੇ ਵਿੱਚ ਹੋਊਗਾ ਸਾਈਟਸ ਜਿਹੜੀਆਂ ਪ੍ਰੋਗਰਾਮ ਦੀਆਂ 5 ਅਲਬਰਟਾ ਹੈਲਥ ਜ਼ੋਨ ਦੇ ਵਿੱਚ, ਨਾਰਥ ਐਡਮਿੰਟਨ, ਸੈਂਟਰਲ ਕੈਲਗਰੀ ਤੇ ਸਾਊਥ ਜ਼ੋਨ ਦੇ ਵਿੱਚ। ਕਨੈਕਟ ਕੇਅਰ ਸਿਸਟਮ ਹੈ ਕੀ ਹੈ, ਇਹਦੇ ਨਾਲ ਹੋਊਗਾ ਕੀ ਕਿ ਜਿਹੜੀ ਮੈਡੀਕਲ ਰਿਕਾਰਡ ਨੂੰ ਮੈਨੇਜ ਕਰਨਾ ਚੰਗੀ ਤਰ੍ਹਾਂ ਸੌਖਾ ਹੋ ਜਾਊਗਾ, ਕਿ ਉਹ ਆਈਸੋਲੇਟਡ ਨਹੀਂ ਹੋਊਗਾ ਕਿ ਇੱਕ ਬੰਦੇ ਦਾ ਇੱਕ ਥਾਂ ਪਿਆ ਦੂਜੀ ਥਾਂ ਪਿਆ। ਇਹ ਸਾਰਾ ਰਿਕਾਰਡ ਇੱਕ ਥਾਂ ਦੇ ਉੱਤੇ ਆ ਜਾਊਗਾ, ਆਨਲਾਈਨ ਹੋ ਜਾਊਗਾ। ਉਹਦੇ ਨਾਲ ਕਿਸੇ ਥਾਂ ਦੇ ਉੱਤੇ ਵੀ ਉਹ ਪਤਾ ਕੀਤਾ ਜਾ ਸਕਦਾ ਵੀ ਇਹਦੇ ਪਿੱਛੇ ਕੀ ਹਿਸਟਰੀ ਸੀ, ਕੀ ਹੋਇਆ ਸੀ। ਬੈਨੀਫਿਟ ਇਹਦਾ ਜਿਹੜਾ ਫਾਇਦਾ ਹੈ ਉਹ ਸਿਰਫ ਫਰੰਟ ਲਾਈਨ ਹੈਲਥ ਕੇਅਰ ਪ੍ਰੋਵਾਈਡਰਸ ਨੂੰ ਨਹੀਂ ਹੋਊਗਾ, ਸਗੋਂ ਪੇਸ਼ੈਂਟ ਨੂੰ ਵੀ ਇਹ ਫਾਇਦਾ ਹੋਊਗਾ ਕਿ ਉਹ ਆਪਣੀ ਕੇਅਰ ਜ਼ਿਆਦਾ ਚੰਗੀ ਤਰ੍ਹਾਂ ਕਰ ਸਕਦਾ। ਉੱਥੋਂ ਦੇ ਜਿਹੜੇ ਹੈਲਥ ਮਿਨਿਸਟਰ ਨੇ ਜੇਸਨ ਕੋਪਿੰਗ, ਉਹਨਾਂ ਨੇ ਵੀ ਇਹ ਜਾਣਕਾਰੀ ਦਿੱਤੀ ਆ। ਜਿਹੜੇ ਅਲਬਰਟਾ ਦੇ ਵਾਸੀ ਨੇ ਉਹ ਵੀ ਇਹ ਕਨੈਕਟ ਕੇਅਰ ਨੂੰ ਯੂਜ਼ ਕਰ ਸਕਦੇ ਆ। ਉਹਨਾਂ ਦੀ ਜਿਹੜੀ ਉਹਨਾਂ ਨੂੰ ਸਾਈਨ ਅਪ ਕਰਨਾ ਪਊਗਾ ਮਾਈ AHS ਕਨੈਕਟ ਦੇ ਵਿੱਚ। ਮਾਈ AHS ਕਨੈਕਟ ਦੇ ਉੱਤੇ ਜਾ ਕੇ ਤੁਸੀਂ ਜਦੋਂ ਸਾਈਨ ਅਪ ਕਰੋਗੇ, ਇੱਕ ਆਨਲਾਈਨ ਪੋਰਟਲ ਆ, ਉਹ ਪੋਰਟਲ ਦੇ ਵਿੱਚ ਤੁਹਾਡੀ ਹੈਲਥ ਇਨਫੋਰਮੇਸ਼ਨ ਦੀ ਸਾਰੀ ਐਕਸੈਸ ਤੁਹਾਡੇ ਕੋਲ ਹੋਊਗੀ। ਉੱਥੋਂ ਤੁਸੀਂ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ, ਉੱਥੋਂ ਤੁਸੀਂ ਟੈਸਟ ਦੇ ਰਿਜ਼ਲਟ ਦੇਖ ਸਕਦੇ ਆ, ਉੱਥੋਂ ਤੁਸੀਂ ਡਾਕਟਰ ਦੇ ਨਾਲ ਕਮਿਊਨੀਕੇਟ ਕਰ ਸਕਦੇ ਆ। ਉਹਨੇ ਕੁਝ ਤੁਹਾਨੂੰ ਟੈਸਟ ਭੇਜਣਾ ਆ, ਤੁਸੀਂ ਕੁਝ ਉਹਨੂੰ ਪੁੱਛਣਾ ਆ। ਮਤਲਬ ਪੂਰਾ ਇੱਕ ਪੋਰਟਲ ਆ ਜਿਹੜਾ ਉਹਦੇ ਉੱਤੇ ਪਿਆ ਹੋਊਗਾ ਤੇ ਤੁਹਾਨੂੰ ਬਹੁਤ ਵੱਡਾ ਫਾਇਦਾ ਹੋਊਗਾ। ਅਲਬਰਟਾ ਹੈਲਥ ਸਰਵਿਸਿਜ਼ ਨੇ ਇਹ ਵੀ ਗੱਲ ਨਾਲ ਜੋੜੀ ਆ ਕਿ ਇਸ ਵੇਲੇ 75,000 ਸਟਾਫ ਆ, ਫਿਜ਼ੀਸ਼ੀਅਨ ਤੇ ਦੂਜੇ ਹੈਲਥ ਕੇਅਰ ਪ੍ਰੋਵਾਈਡਰ ਜਿਹੜੇ ਇਸ ਸਿਸਟਮ ਨੂੰ ਯੂਜ਼ ਕਰ ਰਹੇ ਆ। ਹੁਣ ਕਨੈਕਟ ਕੇਅਰ ਨੂੰ ਜਦੋਂ ਐਕਸਪੈਂਡ ਕਰਦੇ ਆ ਇਹਦੇ 'ਚ ਇੰਪੋਰਟੈਂਟ ਜਿਹੜਾ ਇਹ ਸਟੈਪ ਹੋਊਗਾ ਹੈਲਥ ਕੇਅਰ ਸਿਸਟਮ ਦੇ ਵਿੱਚ, ਤਾਂ ਕਿ ਉਹਦੀ ਸੈਂਟਰਲ ਐਕਸੈਸ ਪੁਆਇੰਟ ਬਣ ਸਕੇ। ਇੱਕ ਥਾਂ ਦੇ ਉੱਤੋਂ ਉਹ ਸਾਰਾ ਕੁਝ ਜਿਹੜਾ ਆ ਉਹਨੂੰ ਐਕਸੈਸ ਕੀਤਾ ਜਾ ਸਕੇ, ਉੱਥੋਂ ਦੇਖਿਆ ਜਾ ਸਕੇ। ਤੇ ਹੌਲੀ ਹੌਲੀ ਦੱਸਦੇ ਆ ਕਿ ਜਿਹੜਾ ਇਹ ਹੈਲਥ ਇਨਫੋਰਮੇਸ਼ਨ ਆ ਇਹ ਕਿਸੇ ਵੀ ਅਲਬਰਟਾ ਹੈਲਥ ਸਰਵਿਸਿਜ਼ ਦੀ ਲੋਕੇਸ਼ਨ ਤੋਂ ਪ੍ਰੋਵਿੰਸ ਦੇ ਵਿੱਚ ਜੇ ਤੁਸੀਂ ਜਿਹੜੀ ਉਹ ਹੈਲਥ ਹਿਸਟਰੀ ਆ ਉੱਥੋਂ ਪੇਸ਼ੈਂਟ ਦੀ ਲਈ ਜਾ ਸਕਦੀ ਹੈ। ਔਰ ਕੁਦਰਤੀ ਤੌਰ 'ਤੇ ਇਹਦਾ ਕਾਫੀ ਜ਼ਿਆਦਾ ਜਿਹੜਾ ਫਾਇਦਾ ਹੋਊਗਾ। ਜਿਹੜੇ ਰਿਸੋਰਸ ਦਾ ਉਹਨਾਂ ਦੇ ਫਿੰਗਰਪ੍ਰਿੰਟਸ, ਉਹਨਾਂ ਦੀ ਮਤਲਬ ਜਿਹੜੀ ਪ੍ਰਾਈਵੇਸੀ ਆ ਉਹ ਕੁਦਰਤੀ ਤੌਰ 'ਤੇ ਮੇਨਟੇਨ ਰੱਖੀ ਜਾਊਗੀ, ਪਰ ਕਾਫੀ ਜ਼ਿਆਦਾ ਇਹਦਾ ਫਾਇਦਾ ਅਲਬਰਟਾ ਵਾਸੀਆਂ ਨੂੰ ਹੋਊਗਾ। ਕਈ ਥਾਵਾਂ ਦੇ ਉੱਤੇ ਆਲਰੇਡੀ ਇਹ ਸਾਰਾ ਕੁਝ ਪਹਿਲਾਂ ਹੋ ਚੁੱਕਾ ਆ। ਤੇ ਇਹ ਜਿਹੜਾ ਨੌ ਕਨੈਕਟ ਕੇਅਰ ਸਿਸਟਮ ਲਾਂਚਸ ਜਿਹੜੇ ਨਵੰਬਰ 2019 ਦੇ ਵਿੱਚ ਸਟਾਰਟ ਕੀਤੇ ਗਏ ਸੀ, ਤੇ ਇਹਦਾ ਇੰਪਲੀਮੈਂਟੇਸ਼ਨ ਜਿਹੜੀ ਹੈਗੀ ਆ ਫਾਲ 2024 ਦੇ ਨਾਲ ਉਦੋਂ ਤੱਕ ਦੱਸੀ ਜਾ ਰਹੀ ਆ। ਤੇ ਜਿਹੜੀ ਕੰਪਲੀਸ਼ਨ ਡੇਟ ਤੱਕ 1.5 ਲੱਖ ਜਿਹੜਾ ਸਟਾਫ ਆ, ਜਿਹੜਾ 1,50,000 ਸਟਾਫ ਆ ਤੇ ਫਿਜ਼ੀਸ਼ੀਅਨ ਆ, ਉਹ ਇਹਨੂੰ ਕਨੈਕਟ ਕੇਅਰ ਨੂੰ ਯੂਜ਼ ਕਰਨਗੇ 682 ਸਾਈਟਸ ਦੇ ਉੱਤੇ ਪੂਰੇ ਅਲਬਰਟਾ ਦੇ ਵਿੱਚ, ਜਿਹੜੇ ਨਾਲ ਕਿ ਜਿਹੜਾ ਹੈਲਥ ਸਿਸਟਮ ਆ ਉਹਦੇ ਵਿੱਚ ਇੱਕ ਬਹੁਤ ਵੱਡੀ ਤਬਦੀਲੀ ਵਾਪਰਨ ਦੀ ਜਿਹੜੀ ਆਸ ਕੀਤੀ ਜਾ ਰਹੀ ਹੈ। ਕਾਫੀ ਵਾਰੀ ਗੱਲਬਾਤ ਕੀਤੀ ਆ ਕਿ ਜਿਹੜਾ ਓਟਵਾ ਦੇ ਵਿੱਚ ਇਸ ਸਾਲ ਸ਼ੁਰੂ ਦੇ ਵਿੱਚ ਟਰੱਕਰ ਇਕੱਠੇ ਹੋ ਕੇ ਗਏ ਸੀ ਤੇ ਬਾਅਦ 'ਚ ਉਹਦਾ ਕੁਛ ਦਾ ਕੁਛ ਬਣ ਗਿਆ ਤੇ ਉੱਥੇ ਫਿਰ ਐਮਰਜੈਂਸੀ ਐਕਟ ਲਾਉਣਾ ਪਿਆ ਸੀ ਸਰਕਾਰ ਨੂੰ ਉਹਨਾਂ ਨੂੰ ਉੱਥੋਂ ਖਦੇੜਨ ਦੇ ਲਈ, ਜਿਹੜੇ ਲੋਕ ਮੁਜ਼ਾਹਰਾ ਕਰ ਰਹੇ ਸੀ। ਤੇ ਉਹਦੇ ਬਾਰੇ ਬਹੁਤ ਸਾਰਾ ਵਿਵਾਦ ਹੋਇਆ ਸੀ, ਕਿਉਂਕਿ ਪਹਿਲੀ ਵਾਰੀ ਜਦੋਂ ਦਾ ਐਮਰਜੈਂਸੀ ਐਕਟ ਬਣਿਆ ਹੈ, ਪਹਿਲੀ ਵਾਰੀ ਇਹ ਐਕਟ ਲਾ ਕੇ ਤੇ ਉੱਥੋਂ ਇਹਨਾਂ ਲੋਕਾਂ ਨੂੰ ਅਲੱਗ-ਅਲੱਗ ਕੀਤਾ ਗਿਆ ਸੀ। ਪਰ ਕਿਉਂਕਿ ਕੈਨੇਡਾ ਇੱਕ ਐਡਵਾਂਸ ਜਿਹੜਾ ਡਿਵੈਲਪਡ ਕੰਟਰੀ ਆ ਤੇ ਇੱਥੇ ਡੈਮੋਕ੍ਰੇਸੀ ਆ ਤੇ ਇਹਦੇ ਵਿੱਚ ਕਿਸੇ ਨੂੰ ਵੀ ਸਵਾਲ ਪੁੱਛਣ ਦਾ ਹੱਕ ਆ। ਤੇ ਹੁਣ ਇਹ
ਜਿਹੜਾ ਸਵਾਲ ਉੱਠਿਆ ਆ ਕਿ ਕੀ ਇਹ ਲਾਉਣਾ ਜ਼ਰੂਰੀ ਸੀ ਉੱਥੇ, ਜਾਂ ਉਸ ਵੇਲੇ ਵੱਖ-ਵੱਖ ਏਜੰਸੀਆਂ ਦਾ ਕੀ ਰੋਲ ਸੀ, ਵੱਖ-ਵੱਖ ਲੋਕ ਕੀ ਕਰ ਰਹੇ ਸੀ ਉਸ ਵੇਲੇ, ਤੇ ਉਹ ਸਾਰੇ ਹਾਲਾਤ ਦੀ ਜਿਹੜੀ ਆ ਸੁਣਵਾਈ ਇਸ ਵੇਲੇ ਚੱਲ ਰਹੀ ਹੈ। ਉਹਦੇ ਸੰਬੰਧ ਵਿੱਚ ਇੱਕ ਕੱਲ੍ਹ ਜਿਹੜੀ ਨਵੀਂ ਗੱਲ ਸਾਹਮਣੇ ਆਈ ਆ ਕਿ ਜਿਹੜੀ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸਿਜ਼ ਆ, ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸਿਜ਼ ਜਿਹੜੀਆਂ ਸਾਰੀਆਂ ਇਹਨਾਂ ਦੀਆਂ ਜਿਹੜੀ ਮਤਲਬ ਇੰਟੈਲੀਜੈਂਸ ਏਜੰਸੀ ਟੌਪ ਦੀ ਇੱਕ ਕੈਨੇਡਾ ਦੀ ਹੈਗੀ ਆ, ਉਹਨਾਂ ਨੇ ਕਹਿੰਦੇ ਕੈਬਨਿਟ ਮਿਨਿਸਟਰ ਨੂੰ 13 ਫਰਵਰੀ ਨੂੰ ਵਾਰਨਿੰਗ ਦਿੱਤੀ ਸੀ ਕਿ ਜੇ ਤੁਸੀਂ ਐਮਰਜੈਂਸੀ ਐਕਟ ਲਾ ਦੋਗੇ, ਇਹਦੇ ਨਾਲ ਜਿਹੜਾ ਇਹ ਫਰੀडम ਕਨਵਾਏ ਸ਼ੁਰੂ ਹੋਇਆ ਆ, ਇਹ ਵਾਇਲੈਂਸ ਦੇ ਉੱਤੇ ਜਾ ਸਕਦੇ ਆ ਤੇ ਇਹ ਦੰਗਿਆਂ ਵਰਗੇ ਹਾਲਾਤ ਇੱਥੇ ਪੈਦਾ ਕਰ ਸਕਦੇ ਆ। ਕੱਲ੍ਹ ਸੋਮਵਾਰ ਨੂੰ ਇਹ ਜਾਣਕਾਰੀ ਸਾਹਮਣੇ ਆਈ ਆ, ਜਿਹਦੇ ਵਿੱਚ ਜਿਹੜਾ ਰਿਕਾਰਡ ਪੁਰਾਣਾ ਦੇਖਿਆ ਗਿਆ ਤਾਂ ਜਿਹੜਾ ਸੀਸੇਜ਼ ਆ ਉਹਨੇ ਮੀਡੀਆ ਦੇ ਨਾਲ ਇਹ ਗੱਲਬਾਤ ਸਾਂਝੀ ਕੀਤੀ ਹੈ ਕਿ ਅਸੀਂ ਇਹਨਾਂ ਨੂੰ ਇਹ ਗੱਲਬਾਤ ਉਸ ਵੇਲੇ ਕਹੀ ਸੀ ਕਿ ਤੁਸੀਂ ਪਾਵਰ ਤਾਂ ਯੂਜ਼ ਕਰ ਲਓਗੇ, ਐਮਰਜੈਂਸੀ ਐਕਟ ਲਾ ਕੇ ਔਟਵਾ ਦੇ ਵਿੱਚੋਂ ਇਹਨਾਂ ਨੂੰ ਧੱਕੇ ਨਾਲ ਬਾਹਰ ਕੱਢ ਦਿਓਗੇ, ਪਰ ਉਹਦੇ ਨਾਲ ਹੋਊਗਾ ਕੀ, ਲੋਕਾਂ ਦੇ ਵਿੱਚ ਫਰਸਟ੍ਰੇਸ਼ਨ ਵੱਧ ਜੂਗੀ ਤੇ ਜਿਹੜੇ ਪ੍ਰੋਟੈਸਟਰ ਆ ਉਹ ਮਤਲਬ ਕੁਛ ਨਾ ਕੁਛ ਕਰ ਸਕਦੇ ਆ, ਜਾਂ ਜਿਹੜੇ ਲੋਕ ਸਰਕਾਰ ਦੇ ਖਿਲਾਫ ਆਪਣੇ ਮਨ ਦੇ ਵਿੱਚ ਭਾਵਨਾ ਰੱਖ ਕੇ ਬੈਠੇ ਆ, ਉਹਨਾਂ ਦੇ ਵਿੱਚ ਇੱਕ ਗੱਲ ਆ ਜਾਊਗੀ ਲੋਕਾਂ ਦੇ ਮਨ ਦੇ ਵਿੱਚ ਇਹ ਐਮਰਜੈਂਸੀ ਐਕਟ ਲਾਉਣ ਦੇ ਨਾਲ ਕਿ ਹੁਣ ਵਾਇਲੈਂਸ ਇੱਕੋ ਇੱਕ ਹੱਲ ਰਹਿ ਗਿਆ, ਇਹਦੇ ਤੋਂ ਬਿਨਾਂ ਕੋਈ ਹੱਲ ਨਹੀਂ ਆ। ਸਰਕਾਰ ਦਾ ਤੇ ਪੂਰਾ ਜਿਹੜਾ ਸਿਸਟਮ ਆ ਉਹ ਟੁੱਟ ਚੁੱਕਾ, ਇਹਨੂੰ ਠੀਕ ਠਾਕ ਨਹੀਂ ਹੋ ਸਕਦਾ, ਇਹਦਾ ਹੱਲ ਇੱਕੋ ਇੱਕ ਤਰੀਕਾ ਕਿ ਵਾਇਲੈਂਸ ਦੇ ਨਾਲ ਹੀ ਕੀਤਾ ਜਾ ਸਕਦਾ। ਇਹ ਗੱਲ ਕੈਨੇਡਾ ਦੀ ਜਿਹੜੀ ਟੌਪ ਇੰਟੈਲੀਜੈਂਸ ਏਜੰਸੀ ਸੀਸੇਜ਼ ਆ, ਉਹਨੇ ਉਸ ਵੇਲੇ ਸਰਕਾਰ ਨੂੰ ਕਹੀ ਸੀ ਕਿ ਤੁਸੀਂ ਲਾ ਸਕਦੇ ਹੋ। ਕੁਦਰਤੀ ਤੌਰ 'ਤੇ ਜਿਹੜੀ ਇੰਟੈਲੀਜੈਂਸ ਏਜੰਸੀ ਆ ਉਹਦੇ ਕੋਲ ਇਨਪੁਟ ਤਾਂ ਸਰਕਾਰ ਲੈਂਦੀ ਆ ਵੀ ਜੇ ਅਸੀਂ ਆਹ ਕਦਮ ਚੁੱਕਦੇ ਹਾਂ ਤਾਂ ਕੀ ਹੋਊਗਾ, ਤੇ ਉਹਨਾਂ ਨੇ ਸਿੱਧੀ ਵਾਰਨਿੰਗ ਦਿੱਤੀ ਸੀ ਕਿ ਲੋਕ ਵਾਇਲੈਂਟ ਹੋ ਸਕਦੇ ਆ। ਵਾਰਨਿੰਗ ਦਿੱਤੀ ਸੀ ਇਹ, ਤੇ ਜਿਹੜੀਆਂ ਹੋਰ ਜਿਹੜੀਆਂ ਵਾਇਲੈਂਟ ਆਈਡੀਓਲੋਜੀਜ਼ ਨੇ ਇੱਥੇ ਕੈਨੇਡਾ ਦੇ ਵਿੱਚ, ਉਹਨਾਂ ਦੇ ਵਿੱਚ ਪਾਸੇ ਜਾ ਸਕਦੇ ਆ। ਇਹ ਡਾਕੂਮੈਂਟ ਜਿਹਨੂੰ ਕਿ ਸੀਕ੍ਰੇਟ ਕਿਹਾ ਜਾ ਰਿਹਾ ਸੀ, ਇਹਨੂੰ ਦੱਸਿਆ ਜਾ ਰਿਹਾ, ਤੇ ਉਹਦੇ ਵਿੱਚ ਕੋਈ ਵੀ ਜਿਹੜੀ ਇੰਡੀਕੇਸ਼ਨ ਆ ਇਸ ਕਿਸਮ ਦੀ ਨਹੀਂ ਮਿਲੀ ਕਿ ਵਾਇਲੈਂਸ ਹੋਈ ਆ। ਡਾਕੂਮੈਂਟ ਜਿਹੜਾ ਸਾਹਮਣੇ ਕਮਿਸ਼ਨ ਦੇ ਕੀਤਾ ਗਿਆ ਉਹਨਾਂ ਦੇ ਵਕੀਲ ਦੇ ਦੁਆਰਾ ਔਟਵਾ ਦੇ ਵਿੱਚ, ਸੋ ਇਹ ਨਿਤ ਨਵੀਆਂ ਗੱਲਾਂ ਉਸ ਕਨਵਾਏ ਦੇ ਸੰਬੰਧ ਦੇ ਵਿੱਚੋਂ ਸਾਹਮਣੇ ਆ ਰਹੀਆਂ, ਕਿਉਂਕਿ ਸਰਕਾਰ ਨੇ ਇਨਵੋਕ ਕੀਤਾ ਸੀ ਇਹ ਐਕਟ ਉੱਥੋਂ ਫਰੀडम ਕਨਵਾਏ ਨੂੰ ਕਲੀਅਰ ਕਰਨ ਦੇ ਲਈ। ਉਹ ਬੜੀ ਆਲੋਚਨਾ ਹੋਈ ਸੀ ਵੀ ਇੱਕ ਡੈਮੋਕ੍ਰੇਸੀ ਦੇ ਵਿੱਚ ਲੋਕ ਇਕੱਠੇ ਹੋ ਕੇ ਧਰਨਾ ਦੇ ਰਹੇ, ਮੁਜ਼ਾਹਰਾ ਕਰ ਰਹੇ, ਤਾਂ ਉਹਨਾਂ ਦੀ ਗੱਲ ਸੁਣੀ ਜਾਵੇ। ਘੱਟੋ ਘੱਟ ਪ੍ਰਧਾਨ ਮੰਤਰੀ ਨੂੰ ਉਹਨਾਂ ਦੀ ਗੱਲਬਾਤ ਸੁਣੀ ਜਾਣੀ ਚਾਹੀਦੀ ਆ। ਪਰ ਕਈ ਮਤਲਬ $100 of millions ਦਾ ਜਿਹੜਾ ਟਰੇਡ ਸੀਗਾ ਉੱਥੇ ਰੋਜ਼ਾਨਾ ਹੁੰਦਾ ਸੀ, ਉਹ ਸਾਰੇ ਦਾ ਸਾਰਾ ਰੁਕ ਗਿਆ ਸੀ। ਜਿਹੜਾ ਵਿੰਡਸਰ ਵਾਲਾ ਬਾਰਡਰ ਸੀ ਉਹ ਇਹਨਾਂ ਨੇ ਬੰਦ ਕਰ ਦਿੱਤਾ ਸੀ। ਮੁੜ ਕੇ ਇਹਨਾਂ ਨੂੰ ਹੌਲੀ ਹੌਲੀ ਉਹ ਇਹਨਾਂ 'ਤੇ ਚਾਰਜ ਲਾ ਕੇ ਤੇ ਉਹਨੂੰ ਬਾਹਰ ਕੱਢਿਆ ਗਿਆ। ਫਿਰ ਕਿੱਥੋਂ ਪੈਸੇ ਆਏ, ਕਿੱਧਰ ਗਏ, ਉਹ ਸਾਰੇ ਦਾ ਹਿਸਾਬ ਕਿਤਾਬ ਵੀ ਕੀਤਾ ਗਿਆ। ਤੇ ਇਹਦੇ ਨਾਲ ਹੀ ਕੁਛ ਜਿਹੜੀਆਂ ਖਬਰਾਂ ਇਹ ਵੀ ਆ ਰਹੀਆਂ ਕਿ ਕੁਛ ਜਿਹੜੇ ਪੁਲਿਸ ਦੇ ਬੰਦੇ ਸੀਗੇ, ਉਹਨਾਂ ਨੇ ਔਟਵਾ ਦੇ ਕੌਪ ਸੀਗੇ ਜਿਹੜੇ, ਉਹਨਾਂ ਨੇ ਡੋਨੇਟ ਕੀਤਾ ਇਸ ਫਰੀडम ਕਨਵਾਏ ਨੂੰ। ਉਹ ਲੋਕ ਸਰਕਾਰ ਦੇ ਵਿਰੁੱਧ ਲੜ ਰਹੇ ਆ, ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਆ। ਸਾਰਾ ਉਹਨਾਂ ਨੇ ਸਿਸਟਮ ਹਿਲਾ ਦਿੱਤਾ, ਔਟਵਾ ਦੀਆਂ ਮਤਲਬ ਗਲੀਆਂ ਤੱਕ ਬੰਦ ਕਰ ਦਿੱਤੀਆਂ, ਬਾਰਡਰ ਬੰਦ ਕਰ ਦਿੱਤੇ। ਤੇ ਪੁਲਿਸ ਜਿਹਦਾ ਕੰਮ ਰੋਕਣਾ ਸੀ, ਉਹਦੇ ਹੀ ਜਿਹੜੇ ਕੁਛ ਬੰਦੇ ਸੀਗੇ ਔਟਵਾ ਦੇ ਕੌਪ ਜਿਹੜੇ ਸੀਗੇ, ਉਹ ਉਹਨਾਂ ਨੂੰ ਡੋਨੇਟ ਕਰਨ ਦੀ ਗੱਲਬਾਤ ਵੀ ਸਾਹਮਣੇ ਆਈ ਆ। ਤੇ ਇਹਦੇ ਵਿੱਚ ਜਿਹੜੀਆਂ ਕੁਛ ਗੱਲਾਂ ਬਾਤਾਂ ਹੁਣ ਉਹ ਜਦੋਂ ਉਹਨਾਂ ਦਾ ਸਾਰਾ ਹਿਸਾਬ ਕਿਤਾਬ ਕੀਤਾ ਗਿਆ ਕਿ ਕਿਹਨੇ ਇਹਨਾਂ ਨੂੰ ਡੋਨੇਟ ਕੀਤਾ, ਤਾਂ ਉਹਦੇ ਵਿੱਚ ਕਾਂਸਟੇਬਲ ਕ੍ਰਿਸਟੀਨਾ ਨੈਲਸਨ ਨੂੰ ਡਿਸਮਿਸ ਕਰ ਦਿੱਤਾ ਗਿਆ ਸੀ ਜਦੋਂ ਉਹਦੀ ਪ੍ਰੋਫੈਸ਼ਨਲ ਮਿਸਕੰਡਕਟ ਦੇ ਚਾਰਜਸ ਲੱਗੇ ਸੀ ਉਹਦੇ ਉੱਤੇ, ਕਿਉਂਕਿ ਸਤੰਬਰ ਦੇ ਵਿੱਚ ਪੁਲਿਸ ਸਰਵਿਸ ਐਕਟ ਦੇ ਤਹਿਤ ਤੇ ਬਾਅਦ ਦੇ ਵਿੱਚ ਉਹਨੂੰ ਜਿਹੜਾ ਇਹਦੇ ਲਈ ਗਲਟੀ ਪਲੀ ਕੀਤਾ ਗਿਆ ਸੀ। ਸੋ ਇਹ ਵੀ ਗੱਲਬਾਤ ਸਾਹਮਣੇ ਆਈ ਸੀ ਕਿ ਕਿਸ ਤਰੀਕੇ ਦੇ ਨਾਲ ਕੁਛ ਲੋਕਾਂ ਨੇ ਮਤਲਬ ਟੇਢੇ ਤਰੀਕੇ ਦੇ ਨਾਲ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਵਿਚਾਰ ਲੋਕਾਂ ਦੇ ਅਲੱਗ-ਅਲੱਗ ਸੀਗੇ, ਪਰ ਇਸ ਮਾਮਲੇ ਨੂੰ ਹੁਣ ਬਹੁਤ ਚੰਗੀ ਤਰ੍ਹਾਂ ਘੋਖ ਪੜਤਾਲ ਦੀ ਆ ਕੀਤੀ ਜਾ ਰਹੀ ਆ। ਅਮਰੀਕਾ ਦੀ ਇਲੈਕਸ਼ਨ ਦੀ ਆ, ਅੱਜ ਅਮਰੀਕਾ ਦੇ ਵਿੱਚ ਇਲੈਕਸ਼ਨ ਹੋਈ ਆ। ਗੱਲਬਾਤ ਹੌਲੀ ਹੌਲੀ ਜਦੋਂ ਸਮਾਂ ਲੰਘਣਾ ਉਹਦੇ ਨਤੀਜੇ ਸਾਡੇ ਸਾਹਮਣੇ ਆ ਜਾਣੇ ਆ। ਸੋ ਅੱਜ ਉਹਨਾਂ ਨੇ ਫਾਈਨਲ ਬੈਲਟ ਦੇ ਉੱਤੇ ਮੋਹਰਾਂ ਲਾਈਆਂ US ਮਿਡ ਟਰਮ ਇਲੈਕਸ਼ਨ ਦੇ ਵਿੱਚ, ਤੇ ਜਿਨ੍ਹਾਂ ਨੇ ਡਿਟਰਮਨ ਇਹ ਕਰਨਾ ਕਿ ਜਿਹੜੇ ਡੈਮੋਕ੍ਰੈਟਸ ਨੇ, ਜੋ ਬਾਈਡਨ ਆ, ਇਹ ਆਪਣਾ ਕਾਂਗਰਸ ਦੇ ਉੱਤੇ ਕੰਟਰੋਲ ਰੱਖ ਸਕਦੇ ਆ ਜਾਂ ਇਹਨਾਂ ਦਾ ਕੰਟਰੋਲ ਜਾਂਦਾ ਲੱਗਾ, ਜਾਂ ਜਿਹੜਾ ਇਹਨਾਂ ਦਾ ਏਜੰਡਾ ਆ ਪ੍ਰੈਜ਼ੀਡੈਂਟ ਜੋ ਬਾਈਡਨ ਦਾ, ਉਹਨੂੰ 2 ਸਾਲ ਅੱਗੇ ਲੈ ਜਾਣਗੇ, ਜਾਂ ਇੱਥੇ ਉਹਦੇ 'ਤੇ ਰੋਕ ਲੱਗ ਜੂਗੀ। ਵੱਡਾ ਫੈਸਲਾ ਅੱਜ ਲੋਕਾਂ ਨੇ ਕਰ ਦੇਣਾ ਆ। ਪਾਰਟੀ ਜਿਹੜੀ ਆ ਕੰਟਰੋਲ ਕਰਦੀ ਆ ਵਾਈਟ ਹਾਊਸ ਨੂੰ, ਟਿਪੀਕਲੀ ਮਿਡ ਟਰਮ ਦੇ ਵਿੱਚ ਸੀਟਾਂ ਲੂਜ਼ ਹੀ ਕਰਦੀ ਹੁੰਦੀ ਆ। ਤੇ ਹੁਣ ਇਹਦੇ ਵਿੱਚੋਂ ਜਿਹੜੇ ਰਿਜ਼ਲਟ ਹੈਗੇ ਆ ਉਹ ਕਿੱਦਾਂ ਦੇ ਆਉਂਦੇ ਆ ਕੀ ਪਤਾ ਲੱਗਦਾ। ਮੁੱਦੇ ਬੜੇ ਸਾਹਮਣੇ ਨੇ ਉੱਥੇ। ਹਾਈ ਇਨਫਲੇਸ਼ਨ ਆ ਇਸ ਵੇਲੇ,
क्राइम आ जिहड़ा बहुत वड्डा मुद्दा आ उत्थे, ते ये किते किसी ना किसी तरह जिहड़े होर मुद्दे सीगे, चाहे नैशनल अबॉर्शन राइट्स दे सीगे जां जनवरी 6 वाली वायलेंस सीगी, इन्हां दे विच हुण मतलब किहड़ा पलड़ा भारी रहिंदा, किहड़ा पासा ज़्यादा लोग देखते आ, इन्फ्लेशन ते क्राइम नूं देख के वोटां पाउंदे आ जां उधरले पासे जिहड़े अबॉर्शन दा मामला सी ते जिहड़ी जनवरी 6 वाली सीगी ਉਹਨੂੰ देख के वोटां पाउंदे आ। जो बाइडन हुणी डेमोक्रेट्स स्पष्ट रूप च कह रहे हैं कि साडी डेमोक्रेसी नूं खतरा है, कुछ भी हो सकता है कि ट्रंप ते उन्हां दी सोच वाले बंदे वापस आ रहे, उन्हां नूं किसी ना किसी तरह रोकिया जाए। साडी डेमोक्रेसी अटैक ते है। नैंसी पेलोसी के घर वाले पॉल पेलोसी के उत्ते जिहड़ा हमला होया भी इदां दे हमले होर होणगे। जनवरी 6 नूं भी सारी गलबात इसे करके हुई सी भी वो हारन तो बावजूद भी नहीं सी मनदे भी असीं हार गए, तो बहुते लोग ऐतकी भी कह रहे हैं भी जे असीं हार के मनना असीं है नहीं। सो इस गल करके वो कह रहे हैं। दूजे पासे रिपब्लिकन ये कह रहे हैं भी ना इन्हां तो महंगाई कंट्रोल हो रही है, ना इन्हां तो क्राइम कंट्रोल होया। हुण लोकां नूं सिर्फ डेमोक्रेसी का खतरा दस के एवें उलझा रहे हैं, लोगों का ध्यान दूजे पासे पा रहे हैं कि साडी डेमोक्रेसी नूं खतरा, वो आके पता नहीं की कर देणगे। असल मुद्दा ये है भी ये हर फ्रंट के उत्ते डेमोक्रेट फेल होए आ। ना इन्हां कोले इमीग्रेशन का मुद्दा हल होया, ना इन्हां कोले हैल्थ केयर का मुद्दा हल होया। महंगाई इन्नी ज़्यादा वध गई है, देश रिसैशन दे विच जा सकदा भी, वो मुद्दे जिहड़े वड्डे हैगे ने। सो 35 सैनट सीट्स ते 435 हाउस ऑफ रिप्रैजेंटेटिव दीयां सीट्स बैलेट के उत्ते ने, ते उत्ते सी असल च अज दे विच। ते हुण जिहड़ियां कौन कंट्रोल करदा हाउस नूं, सैनट दे विच इस वेले 50-50 सीटां ने। तुहानूं पता है कि डेमोक्रेट्स जिहड़े ने वो टाई ब्रेकिंग वोट उन्हां दे कोल आ, ते जिहड़ियां बहुत टॉस अप जिहड़ियां रेसिस ने पेंसिलवेनिया, नवाडा, जॉर्जिया, 42 मिलियन अमेरिकन ने पहले ही ऐतकी इलैक्शन डे तो वोट पा दित्ती है, जां मेल दे नाल जां इन परसन उत्थों दी जिहड़ी गलबात सामने आ रही है। ये मेल इन बैलेट अपने आप च पिछली वारी एक रौला पिया सी भी बंदे दे घर तुसीं वोट भेज दित्ती है, वो वोट पाया, उन्हें पा के भेज दित्ती चिट्ठी दे राहीं, ते मुड़ के दूजे दिन आप भी पाउण चले गया, तो कित्थों लभ लोगे उन्होंने, तो किन्ने जने वो किहड़ा सिस्टम आ जिहड़ा इन्ना कुछ चैक करूगा, तो उहदे विचों जाके तुसीं लभोगे कि किन्नियां वोटां दा फर्क पिया। पर दूजे पासे जिहड़ियां इल्ज़ाम डोनाल्ड ट्रंप हुणी उस वेले लाए सी, वो सारे खारज हो गए सी, ते जिहड़ियां सारियां मतलब जिहड़ियां भी ग्रुप सीगे जां एजेंसी सीगियां, उन्होंने इनकुआरी तो बाद यही दस्सिया सी कि अमेरिकन सिस्टम दे विच गलत वोटां दा चांस बहुत घੱਟ आ। 0.0009% उन्होंने कहा सी कि फ्रॉड दीयां वोटां हो सकदियां, इहदे च चांस नहीं आ। बहुत एक मतलब पक्का सैट कीता सिस्टम आ, नहीं इदां हो सकदा। उन्होंने यदी प्रोबेबिलिटी कढ़ी सी कि कित्थे गड़बड़ हो सकती सी, नतीजा यही सी भी इत्थे गड़बड़ नहीं हो सकती। पर इल्ज़ाम वड्डा जिहड़े रिपब्लिकन ने उन्होंने लाया सी कि ये जिहड़ा मेल इन बैलेट अपने आप दे विच रौले गौले वाला चक्कर हैगा। दूजी गलबात ऐतकी ये आ इन्हां सारियां वोटां दे विचों जिहड़ी सामने आ रही आ भी डोनाल्ड ट्रंप एक वारी फेर सामने ने। उन्होंने कह भी दिता आ, जिहड़े साबका राष्ट्रपति ने, उन्होंने कल अनाउंसमेंट की है, वो कहिंदे भी मैं बहुत वड्डी अनाउंसमेंट नवंबर 15 नूं करनी है। उन्होंने अपनी जिहड़ा उन्हां दा मारे लागो स्टेट आ उत्थे ये गलबात दसी आ कि 15 नवंबर नूं वड्डी अनाउंसमेंट साबका राष्ट्रपति अमरीका के डोनाल्ड ट्रंप कहिंदे मैं करूँगा। लोग सोच रहे आ जां जिहड़े माहर आ भी उन्होंने अपनी कैंडीडेसी अनाउंस कर देनी है कि 2024 के दोबारा राष्ट्रपति दीयां चोणां लड़नगे। जिहड़े उन्हां दे शब्द आ वो कहिंदे भी मैं वड्डी अनाउंसमेंट करूँगा नवंबर 15 मंगलवार शायद उस दिन बनदा आ, ते अपने उत्थे मारे लोगो पाम बीच फ्लोरीडा दे विच ते की करदे आ वो, इत्थे की अनाउंसमेंट हुंदी आ। हुण नज़रां सारिਆਂ ਦੀਆਂ उधरले पासे भी चलियां गईयां। राष्ट्रपति साबका राष्ट्रपति ट्रंप अगे आउंदे आ जां नहीं आउंदे, उन्हां दा जिहड़ा पोलीटिकल कैरीयर आ वो भी आ मिड टर्म दे उत्ते निर्भर करदा किन्ना क वो जिन्हां नूं उन्हां ने खास तौर दे उत्ते जिन्हां कैंडीडेट्स नूं सपोर्ट कीता आ, लोग उन्हां दे लई की करदे आ, उन्हां दे किन्ना हक जां विरोध दे विच जांदे आ, इस गल दे उत्ते भी ये मिड टर्म जिहड़ी इलैक्शन आ इहदे उत्ते भी ये इंडीकेशन भी दसूगी कि भविख दे विच की होना आ। सो कल नूं जदों आपां इस प्रोग्राम दे विच गलबात कर रहे होवांगे तो उस वेले लगभग अमेरिका दा भविख किस तरह दा होना, किहड़ी सरकार आउणी है, ते 2024 दे विच किहड़े उम्मीदवार आ सकदे आ प्रेजिडेंट दी चोण दे विच, काफ़ी सारियां गल्लां साडे लई क्लीयर हो चुकियां होणगीਆਂ। अगली खबर नौकरियां के संबंध में आ। जिहड़ी कैनेडा सरकार आ उन्हें इस वेले कुछ नौकरियां अनाउंस कीतियां। कैनेडा सरकार कुछ नौकरियां जिन्हां दी 90,000 तक एक साल तक पे हैगी, एक साल की 90,000 के राउंड पे हैगी आ, इस वेले
ਉਹਨਾਂ ਸਟੂਡੈਂਟਸ ਨੂੰ ਦੇਣ ਦੇ ਲਈ ਤਿਆਰ ਆ ਜਿਹੜੇ ਸਟੂਡੈਂਟਸ ਜਾਂ ਤਾਂ ਹੁਣੇ ਹੀ ਪਾਸ ਆਊਟ ਹੋਏ ਆ ਜਾਂ ਉਹ ਗ੍ਰੈਜੂਏਟ ਜਲਦੀ ਹੋ ਰਹੇ ਆ, ਆਪਣੀ ਡਿਗਰੀ ਕਰ ਰਹੇ ਆ ਤੇ ਜਲਦੀ ਉਹਨਾਂ ਨੇ ਗ੍ਰੈਜੂਏਟ ਹੋ ਜਾਣਾ। ਸਰਕਾਰ ਉਹਨਾਂ ਦੇ ਲਈ ਨੌਕਰੀਆਂ ਅਨਾਉਂਸ ਕਰ ਰਹੀ ਆ। ਪੋਸਟ ਸੈਕੰਡਰੀ ਰਿਕਰੂਟਮੈਂਟ ਕੈਂਪੇਨ ਇੱਕ ਜਿਹੜੀ ਹੈਗੀ ਉਹਦੇ ਤਹਿਤ ਇਹ ਰਿਕਰੂਟਮੈਂਟ ਕੀਤੀ ਜਾ ਰਹੀ ਆ। ਪੋਸਟ ਸੈਕੰਡਰੀ ਰਿਕਰੂਟਮੈਂਟ ਕੈਂਪੇਨ ਦੇ ਤਹਿਤ ਤੁਸੀਂ ਆਪਣੀਆਂ ਅਰਜ਼ੀਆਂ ਨਵੰਬਰ 30 ਤੱਕ ਦੇ ਸਕਦੇ ਆ। ਇਸ ਕੈਂਪੇਨ ਦੇ ਤਹਿਤ ਜਿਹੜੀ ਸਰਕਾਰ ਆ ਉਹ ਹਾਇਰ ਕਰਨ ਬਾਰੇ ਲੋਕਾਂ ਨੂੰ ਸੋਚ ਰਹੀ ਹੈ ਜਿਹੜੇ ਆਲਰੇਡੀ ਗ੍ਰੈਜੂਏਟ ਹੋਏ ਆ ਕਾਲਜਾਂ ਦੇ ਵਿੱਚੋਂ ਜਾਂ ਯੂਨੀਵਰਸਿਟੀ ਦੇ ਵਿੱਚੋਂ, ਜਾਂ ਉਹਨਾਂ ਨੂੰ ਜਿਹੜੇ ਹਜੇ ਵੀ ਸਕੂਲ ਦੇ ਵਿੱਚ ਹੈਗੇ ਆ ਪਰ ਜਲਦੀ ਉਹਨਾਂ ਨੇ ਗ੍ਰੈਜੂਏਟ ਹੋ ਜਾਣਾ ਸਪਰਿੰਗ 2023 ਤੱਕ। ਬਹੁਤ ਸਾਰੀਆਂ ਜੌਬਸ ਜਿਹੜੀਆਂ ਸਰਕਾਰ ਦੇ ਵੱਖ-ਵੱਖ ਡਿਪਾਰਟਮੈਂਟ ਦੇ ਵਿੱਚ ਅਵੇਲੇਬਲ ਨੇ। ਡਾਟਾ ਸਾਇੰਸਿਸ ਦੇ ਨਾਲ ਨੇ, ਐਪੀਡੈਮੋਲੋਜੀ ਦੇ ਨਾਲ ਨੇ, ਪ੍ਰੋਕਿਊਰਮੈਂਟ ਮਟੀਰੀਅਲ ਮੈਨੇਜਮੈਂਟ ਦੇ ਨਾਲ ਨੇ, ਜਾਂ ਰੀਅਲ ਪ੍ਰੋਪਰਟੀ ਦੇ ਨਾਲ ਨੇ। ਪੋਜੀਸ਼ਨਸ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹੈਗੀਆਂ ਨੇ, ਕਈ ਭਾਸ਼ਾਵਾਂ ਦੇ ਵਿੱਚ ਹੈਗੀਆਂ ਨੇ ਜਿਹਦੇ ਵਿੱਚ ਤੁਹਾਨੂੰ ਇੰਗਲਿਸ਼ ਵੀ ਚਾਹੀਦੀ ਆ, ਫਰੈਂਚ ਵੀ ਚਾਹੀਦੀ ਆ, ਜਾਂ ਬਾਈਲਿੰਗੁਅਲ ਵੀ ਕੋਈ ਕਈ ਥਾਵਾਂ ਦੇ ਉੱਤੀਆਂ ਚਾਹੀਦੀਆਂ ਨੇ। ਸੋ ਜਿਹੜਾ ਇਹਨਾਂ ਕੋਰਸਸ ਦੇ ਥਰੂ ਤੁਸੀਂ ਜਾ ਸਕਦੇ ਹੋ, ਯੂਨੀਵਰਸਿਟੀ ਵਰਕ ਜਾਂ ਪ੍ਰੋਜੈਕਟਸ ਦੇ ਥਰੂ ਜਾਂ ਵਲੰਟੀਅਰ ਜਿਹੜਾ ਕਰ ਸਕਦੇ ਆ। ਕਈ ਨੌਕਰੀਆਂ ਉਹਨਾਂ ਨੇ ਅਨਾਉਂਸ ਕੀਤੀਆਂ। ਇਹਦੇ ਲਈ ਸਰਕਾਰ ਦੀ ਜਿਹੜੀ ਵੈਬਸਾਈਟ ਆ ਉਹਦੇ ਉੱਤੇ ਜਾ ਕੇ ਪਤਾ ਕੀਤਾ ਜਾ ਸਕਦਾ। ਜਿਵੇਂ ਗਵਰਨਮੈਂਟ ਆਫ ਕੈਨੇਡਾ ਦੀਆਂ ਜੌਬਸ ਡਾਟਾ ਸਾਇੰਸ ਦੇ ਵਿੱਚ ਨੇ, ਉੱਥੇ ਸੈਲਰੀ 62,000 ਤੋਂ ਲੈ ਕੇ 85,000 ਤੱਕ ਸਾਲਾਨਾ ਦਿੱਤੀ ਜਾ ਰਹੀ ਆ। ਸਰਕਾਰ ਦੇ ਵੱਖ-ਵੱਖ ਡਿਪਾਰਟਮੈਂਟਸ ਦੇ ਵਿੱਚ ਇਹ ਚਾਹੀਦੇ ਆ। ਤੇ ਅਪਲਾਈ ਕੌਣ ਕਰ ਸਕਦਾ? ਜਿਹਨੇ ਪੋਸਟ ਸੈਕੰਡਰੀ ਡਿਗਰੀ ਕੀਤੀ ਆ ਆਪਣੀ, ਜਾਂ ਮਤਲਬ ਜੂਨ 23 ਤੋਂ ਬਾਅਦ ਤੱਕ ਡਿਗਰੀ ਕੀਤੀ ਆ ਤੇ ਸਪੈਸ਼ਲਾਈਜੇਸ਼ਨ ਉਹਦੇ ਕੋਲ ਇਕਨੋਮਿਕਸ, ਸੋਸ਼ੀਓਲੋਜੀ ਜਾਂ ਸਟੈਟਿਸਟਿਕਸ ਦੇ ਵਿੱਚ ਹੈਗੀ ਆ, ਉਹ ਆਪਣੀ ਡਾਟਾ ਸਾਇੰਸ ਦੇ ਵਿੱਚ ਜੌਬ ਅਪਲਾਈ ਕਰ ਸਕਦਾ। 62,000 ਤੋਂ ਲੈ ਕੇ 85,000 ਦੀ ਸਾਲ ਦੀ ਸੈਲਰੀ ਦੱਸੀ ਜਾ ਰਹੀ ਹੈ। ਤੇ ਜਿਹੜਾ ਡਾਟਾ ਨਾਲ ਕੰਮ ਕਰਨ ਦਾ ਐਕਸਪੀਰੀਅੰਸ ਜਾਂ ਜਿਹੜੀਆਂ ਉਹਨਾਂ ਦੀਆਂ ਕੁਆਂਟੀਟੇਟਿਵ ਸਟੈਟਿਸਟੀਕਲ ਡਾਟਾ ਐਨਾਲਿਸਿਸ ਦੇ ਤਰੀਕੇ ਨੇ, ਉਹਨਾਂ ਦੇ ਸੌਫਟਵੇਅਰ ਨੇ, ਉਹ ਇੱਕ ਚੰਗੀ ਗੱਲ ਦੱਸੀ ਜਾ ਰਹੀ ਹੈ। ਗਵਰਨਮੈਂਟ ਆਫ ਕੈਨੇਡਾ ਜੌਬ ਐਪੀਡੈਮੋਲੋਜੀ ਦੇ ਵਿੱਚ ਵੀ ਦੱਸ ਰਹੀ ਆ, ਉਹਦੀ ਸੈਲਰੀ 74,000 ਤੋਂ ਲੈ ਕੇ 85,000 ਦੱਸੀ ਜਾ ਰਹੀ ਹੈ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ, ਹੈਲਥ ਕੈਨੇਡਾ, ਇਹਦੇ ਵਿੱਚ ਇਹ ਨੌਕਰੀ ਆ। ਅਪਲਾਈ ਕੌਣ ਕਰ ਸਕਦਾ? ਉਹ ਜਿਹਨੇ ਪੋਸਟ ਸੈਕੰਡਰੀ ਡਿਗਰੀ ਕੀਤੀ ਆ ਜਾਂ 30 ਜੂਨ 2023 ਤੱਕ, ਤੇ ਉਹਦੇ ਕੋਲ ਸਪੈਸ਼ਲਾਈਜੇਸ਼ਨ ਹੈਗੀ ਆ ਸਟੈਟਿਸਟਿਕਸ ਐਂਡ ਐਪੀਡੈਮੋਲੋਜੀ ਦੀ। ਪਬਲਿਕ ਹੈਲਥ ਦੇ ਵਿੱਚ ਐਕਸਪੀਰੀਅੰਸ ਜਿਹੜਾ ਹੋਵੇ ਉਹ ਰਿਕੁਆਇਰਡ ਆ, ਤੇ ਉਹ ਵੀ ਇਸ ਨੌਕਰੀ ਦੇ ਲਈ ਅਪਲਾਈ ਕੀਤਾ ਜਾ ਸਕਦਾ ਆ। ਤੇ ਫਿਰ ਕੈਨੇਡਾ ਸਰਕਾਰ ਦੀਆਂ ਕੁਝ ਬਹੁਤ ਸਾਰੀਆਂ ਨੌਕਰੀਆਂ ਨੇ, ਇਹਦੇ ਵਿੱਚੋਂ ਕੁਝ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੀਆਂ ਜਿਹੜੀਆਂ ਇੱਕ ਇਹਨਾਂ ਦਾ ਇੱਕ ਕੈਂਪੇਨਿੰਗ ਦਾ ਪ੍ਰੋਗਰਾਮ ਆ, ਉਹਦੇ ਤਹਿਤ ਸਰਕਾਰ ਮੰਗ ਕਰ ਰਹੀ ਹੈ। ਗਵਰਨਮੈਂਟ ਆਫ ਕੈਨੇਡਾ ਦੀ ਜੌਬ ਜਿਹੜੀ ਪ੍ਰੋਕਿਊਰਮੈਂਟ, ਮਟੀਰੀਅਲ ਮੈਨੇਜਮੈਂਟ ਤੇ ਰੀਅਲ ਪ੍ਰੋਪਰਟੀ ਦੇ ਵਿੱਚ ਆ, ਇਹਦੀ ਸਾਲਾਨਾ ਤਨਖਾਹ 47,000 ਤੋਂ ਲੈ ਕੇ $70,000 ਦੱਸੀ ਜਾ ਸਕਦੀ ਹੈ। ਸਰਕਾਰ ਦੀਆਂ ਵੱਖ-ਵੱਖ ਡਿਪਾਰਟਮੈਂਟਸ ਦੇ ਵਿੱਚ ਨੌਕਰੀ ਆ। ਸੋ ਉਹੀ ਜਿਨ੍ਹਾਂ ਨੇ ਕਾਲਜ ਦੀ ਡਿਗਰੀ ਜਾਂ ਡਿਪਲੋਮਾ ਕਰ ਲਿਆ ਹੈ ਪਹਿਲਾਂ ਹੀ ਇਹਦੇ ਵਿੱਚ, ਤੇ ਜਾਂ ਉਹਨਾਂ ਨੇ 30 ਜੂਨ 2023 ਤੱਕ ਕਰ ਲੈਣਾ ਹੈ, ਤੇ ਸਪੈਸ਼ਲਾਈਜੇਸ਼ਨ ਉਹਨਾਂ ਦੀ ਉਸ ਫੀਲਡ ਦੇ ਵਿੱਚ ਬਿਜ਼ਨਸ ਐਡਮਿਨਿਸਟ੍ਰੇਸ਼ਨ, ਫਾਈਨੈਂਸ, ਸਪਲਾਈ ਚੇਨ ਮੈਨੇਜਮੈਂਟ, ਲਾ, ਕਾਮਰਸ, ਕੰਪਿਊਟਰ ਸਾਇੰਸ, ਇੰਜੀਨੀਅਰਿੰਗ ਜਾਂ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੈਗੀ ਆ, ਉਹ ਇੱਥੇ ਅਪਲਾਈ ਕਰ ਸਕਦੇ ਆ ਇਹਨਾਂ ਦੀ ਵੈਬਸਾਈਟ ਤੋਂ ਜਾ ਕੇ। ਬਹੁਤ ਸਾਰੀਆਂ CBSE ਦੀਆਂ ਜੌਬਸ ਨੇ IT ਦੇ ਵਿੱਚ ਜਿੱਥੇ ਅਪਲਾਈ ਕੀਤਾ ਜਾ ਸਕਦਾ। ਸਟੈਟਿਸਟਿਕਸ ਕੈਨੇਡਾ ਦੀਆਂ ਜੌਬਸ ਨੇ ਉੱਥੇ ਜਿਹੜੀਆਂ ਇੰਟਰਵਿਊਅਰ, ਕੰਪਿਊਟਰ ਸਪੋਰਟ ਟੈਕਨੀਸ਼ੀਅਨ, IT ਸੋਲਿਊਸ਼ਨ ਦੇ ਵਿੱਚ, CSIS ਦੇ ਵਿੱਚ ਕੁਝ ਨੌਕਰੀਆਂ ਜਿਹੜੀਆਂ ਕੈਨੇਡਾ ਦੀ ਟੌਪ ਦੀ ਇੰਟੈਲੀਜੈਂਸ ਏਜੰਸੀ ਹੈ ਉਹਦੇ ਵਿੱਚ ਚਾਹੀਦੀਆਂ ਹੈ ਪੋਜੀਸ਼ਨ, ਜਿਹਦੇ ਵਿੱਚ ਫੋਰਨ ਲੈਂਗੁਏਜ ਕਮਿਊਨੀਕੇਸ਼ਨ ਐਨਾਲਿਸਟ ਚਾਹੀਦੇ ਨੇ, ਡਾਟਾਬੇਸ ਐਡਮਿਨਿਸਟ੍ਰੇਟਰ ਚਾਹੀਦੇ ਨੇ, IT ਸੌਫਟਵੇਅਰ ਡਿਵੈਲਪਰ ਚਾਹੀਦੇ ਨੇ। ਉੱਥੇ ਜਾ ਕੇ ਜਿਹੜੀ ਇਹਨਾਂ ਨੌਕਰੀਆਂ ਬਾਰੇ ਪਤਾ ਕੀਤਾ ਜਾ ਸਕਦਾ। ਚੀਨ ਦੇ ਵਿੱਚ ਕਰੋਨਾ ਵਾਇਰਸ ਸ਼ੁਰੂ ਹੋਇਆ ਸੀ। ਚੀਨ ਦੇ ਵਿੱਚ ਕਰੋਨਾ ਵਾਇਰਸ ਜਦੋਂ ਸ਼ੁਰੂ ਹੋਇਆ, ਦੁਨੀਆ ਨੂੰ ਉਦੋਂ ਪਤਾ ਵੀ ਨਹੀਂ ਸੀ। ਦੁਨੀਆ ਆਰਾਮ ਨਾਲ ਆਪਣੀ ਜਿਹੜੀ ਆਮ ਜ਼ਿੰਦਗੀ ਜਿਉ ਰਹੀ ਸੀ। ਚੀਨ ਦੇ ਵਿੱਚ ਸਾਰਾ ਕੁਝ ਹਲਚਲ ਮਚੀ ਪਈ ਸੀ। ਉਹਦੇ ਤੋਂ ਬਾਅਦ ਬਹੁਤ ਜਲਦੀ ਚੀਨ ਨੇ ਸਾਰਾ ਕੁਝ ਠੀਕ ਕਰ ਲਿਆ, ਪੂਰੀ ਦੁਨੀਆ ਦੇ ਵਿੱਚ ਹਲਚਲ ਮਚ ਗਈ। ਹੁਣ ਪੂਰੀ ਦੁਨੀਆ ਫਿਰ ਆਪਣੀ ਜਿਹੜੀ ਨੋਰਮਲ ਜ਼ਿੰਦਗੀ ਹੈ ਉਹਦੇ ਵਿੱਚ ਵਾਪਸ ਪਰਤ ਆਈ ਹੈ, ਤੇ ਚੀਨ ਦੇ ਵਿੱਚ ਫਿਰ ਹਲਚਲ ਆ। ਚੀਨ ਦੇ ਵਿੱਚ ਜਿਹੜਾ ਨਾਰਥ ਈਸਟਰਨ ਪਾਰਟ ਆ ਉਹਦੇ ਵਿੱਚ 7 ਲੋਕਾਂ ਨੂੰ ਅਰੈਸਟ ਕੀਤਾ ਕਿਉਂਕਿ ਪੁਲਿਸ ਦਾ ਕ੍ਰੈਸ਼ ਲੋਕਾਂ ਦੇ ਨਾਲ ਹੋ ਗਿਆ। ਜਿਹੜੀਆਂ ਅਥਾਰਟੀਜ਼ ਨੇ COVID-19 ਦੀਆਂ ਜਿਹੜੀਆਂ ਰੈਸਟ੍ਰਿਕਸ਼ਨਸ ਨੇ ਉਹ ਲਾ ਰਹੀ ਆ। ਵਾਇਲੈਂਸ ਹੋਈ ਆ ਚੀਨ ਦੇ ਵਿੱਚ, ਰਿਪੋਰਟਸ ਆਈਆਂ, ਕਈ ਕੇਸਿਸ ਉੱਥੇ ਨੇਸ਼ਨ ਵਾਈਡ ਜਿਹੜੇ ਸਾਹਮਣੇ ਆਏ ਆ। ਪੂਰੇ ਚੀਨ ਦੇ ਵਿੱਚ 2230 ਨਵੇਂ ਕੇਸ ਰਿਪੋਰਟ ਕੀਤੇ ਗਏ ਮੰਗਲਵਾਰ ਨੂੰ। ਅੱਜ ਜਿਹੜੀ ਉੱਥੇ ਉਹਨਾਂ ਦੀ ਜਿਹੜੀ ਟੈਕਨੋਲੋਜੀ ਹੱਬ ਆ ਜਿੱਥੇ ਗੁਐਂਜ਼ੂ ਦੇ ਵਿੱਚ, ਤੇ ਹੁਣ ਜਿਹੜੇ
ਭਾਵੇਂ ਨੰਬਰ ਕਹਿੰਦੇ ਘੱਟ ਆ, ਪਰ ਚੀਨ ਨੇ ਇਸ ਵੇਲੇ ਜ਼ੀਰੋ ਕੋਵਿਡ ਪਾਲਿਸੀ ਆਪਣੀ ਪਰਸੂ ਕੀਤੀ ਆ। ਉਹ ਲੋਕਡਾਊਨ ਵੀ ਲਾਉਂਦੇ ਆ। ਥੋੜ੍ਹੇ ਦਿਨ ਪਹਿਲਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ, ਉਹਦੇ ਨਾਲ ਕ੍ਰੇਨ ਦੇ ਨਾਲ ਬੰਦਾ ਚੱਕ ਕੇ ਲਿਜਾ ਰਹੇ ਆ, ਲਿਫਟ ਦੇ ਨਾਲ ਬੰਦਾ ਚੱਕ ਰਹੇ ਆ, ਅਤੇ ਡੇਲੀ ਕੰਪਲਸਰੀ ਟੈਸਟਿੰਗ ਹੋ ਰਹੀ ਹੈ। ਅਤੇ ਉਹ ਹੁਣ ਲੋਕ ਉੱਥੋਂ ਤੰਗ ਹੋ ਕੇ ਕਿਤੇ ਨਾ ਕਿਤੇ ਜਿਹੜਾ ਝੜਪਾਂ ਦੇ ਵਿੱਚ ਪੁਲਿਸ ਦੇ ਨਾਲ ਪੈ ਰਹੇ ਆ। ਸ਼ੈਂਡੋਂਗ ਸਿਟੀ ਤੇ ਉੱਥੇ ਵੀ ਇਹ ਹੋਇਆ ਕਿ ਕਿਹਾ ਜਾ ਰਿਹਾ ਕਿ ਜਿਹੜੇ ਲੋਕਾਂ ਦੇ ਰਾਈਟਸ ਨੇ ਉਹਨਾਂ ਨੂੰ ਸਰਕਾਰ ਧੱਕਾ ਕਰ ਰਹੀ ਹੈ, ਉਹਨਾਂ ਦੇ ਨਾਲ ਜਿਹੜੇ ਐਂਟੀ ਪੈਂਡੈਮਿਕ ਮੈਜਰਸ ਨੇ ਉਹ ਉੱਥੇ ਬੈਕਲੈਸ਼ ਹੋ ਰਿਹਾ ਸਰਕਾਰ ਦਾ। ਕਮਿਊਨਿਸਟ ਪਾਰਟੀ ਦੇ ਲਈ ਉੱਥੇ ਬਹੁਤ ਵੱਡਾ ਇਸ ਵੇਲੇ ਚੈਲੰਜ ਬਣਿਆ ਹੈ। ਜ਼ੀਰੋ ਪਾਲਿਸੀ ਦੇ ਤਹਿਤ ਸਖਤੀ ਲੋਕਾਂ ਦੇ ਉੱਤੇ ਜ਼ਿਆਦਾ ਕੀਤੀ ਜਾ ਰਹੀ ਹੈ। ਲੋਕ ਹੁਣ ਭੜਕ ਕੇ ਵਾਪਸ ਸਰਕਾਰ ਨੂੰ ਜਵਾਬ ਦੇ ਰਹੇ ਆ। ਚੀਨ ਦੇ ਲੀਡਰ ਸ਼ੀ ਜਿਨਪਿੰਗ ਨੇ ਜ਼ੀਰੋ ਕੋਵਿਡ ਬਣਾਇਆ ਕਿ ਅਸੀਂ ਇਹਦੇ ਉੱਤੇ ਕੋਈ ਵੀ ਕੰਪਰੋਮਾਈਜ਼ ਨਹੀਂ ਕਰਨਾ, ਅਤੇ ਉਹ ਹੁਣ ਕਿਤੇ ਨਾ ਕਿਸੇ ਤਰ੍ਹਾਂ ਇਹਦਾ ਜਿਹੜਾ ਫੂਡ ਸ਼ਾਰਟੇਜ ਵੀ ਆ ਉੱਥੇ ਹੁਣ ਅਥਾਰਟੀਜ਼ ਦੇ ਨਾਲ ਰੌਲਾ ਰੱਪਾ ਵੀ ਲੋਕਾਂ ਦਾ ਪੈ ਰਿਹਾ। ਵੱਡੇ ਸੰਕਟ ਦੇ ਵਿੱਚ ਇਸ ਵੇਲੇ ਚੀਨ ਪਿਆ ਆ। ਅਜੇ ਤੱਕ ਬਹੁਤੀ ਖਬਰ ਨਹੀਂ ਪਤਾ ਲੱਗੀ, ਜਾਂ ਤਾਂ ਇਹ ਨਹੀਂ ਪਤਾ ਲੱਗ ਰਿਹਾ ਕਿ ਲੋਕ ਜਿਹੜੇ ਉੱਥੇ ਜਿਹੜੇ ਹੈਗੇ ਨੇ ਲੋਕ ਉੱਥੇ ਅਸਲ ਦੇ ਵਿੱਚ ਵੀ ਉਹ ਕੇਸਿਸ ਥੋੜ੍ਹੇ ਜਿਹੇ ਨੇ, ਸਰਕਾਰ ਹੀ ਜ਼ਿਆਦਾ ਡਰੀ ਪਈ ਆ, ਜਾਂ ਇਹ ਆ ਕਿ ਉੱਥੇ ਕੇਸ ਹੀ ਸੱਚਮੁੱਚ ਜ਼ਿਆਦਾ ਨੇ ਜਿਹੜਾ ਆਹ ਹਾਲਤ ਪਹੁੰਚੀ ਆ ਕਿ ਸਰਕਾਰ ਲੋਕਾਂ ਦੇ ਨਾਲ ਸਿੱਧੀ ਸਿੱਧੀ ਟੱਕਰ ਦੇ ਵਿੱਚ ਇਸ ਵੇਲੇ ਆਈ ਹੈ। ਇੱਕ ਖਬਰ ਸਿਗਰਟ ਦੇ ਨਾਲ ਸੰਬੰਧਿਤ। ਪਿਛਲੇ ਸਾਲਾਂ ਦੇ ਵਿੱਚ ਸਿਗਰਟ ਪੀਣ ਦੇ ਟ੍ਰੈਂਡ ਦੇ ਵਿੱਚ ਲੋਕਾਂ ਦੇ ਵਿੱਚ ਤਬਦੀਲੀ ਆਈ ਹੈ। ਦੋ ਤਰ੍ਹਾਂ ਦੀਆਂ ਆਮ ਤੌਰ 'ਤੇ ਸਿਗਰਟਾਂ ਨੇ, ਇੱਕ ਨੌਨ ਮੈਂਥੋਲ ਸਿਗਰਟਸ ਨੇ ਜਿਹੜੀਆਂ ਘੱਟ ਲੋਕ ਪੀਂਦੇ ਆ, ਇੱਕ ਮੈਂਥੋਲ ਸਿਗਰਟਸ ਨੇ ਜਿਹੜੀਆਂ ਲੋਕ ਜ਼ਿਆਦਾ ਪੀਂਦੇ ਆ। ਜਿਹੜੀਆਂ ਨੌਨ ਮੈਂਥੋਲ ਸਿਗਰਟਸ ਨੇ ਉਹਨਾਂ ਦੇ ਪੀਣ ਵਾਲਿਆਂ ਦੇ ਵਿੱਚ ਕਮੀ ਆਈ ਆ, ਪਰ ਮੈਂਥੋਲ ਵਾਲੀਆਂ ਸਿਗਰਟਸ ਪੀਣ ਵਾਲਿਆਂ ਦੇ ਵਿੱਚ ਕਮੀ ਨਹੀਂ ਆਈ। ਨਤੀਜਾ ਇਹ ਹੋਇਆ ਕਿ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਦੱਸਿਆ, ਇੱਕ ਪ੍ਰਪੋਜ਼ ਉਹਨਾਂ ਨੇ ਇਹ ਕੀਤਾ ਕਿ ਜਿਹੜੀਆਂ ਮੈਂਥੋਲ ਆ ਸਿਗਰਟਸ ਦੇ ਵਿੱਚ ਅਸਲ 'ਚ ਪੁਦੀਨੇ ਵਰਗੀ ਸਮੈਲ ਸਿਗਰਟ ਪੀਣ ਤੋਂ ਬਾਅਦ ਬੰਦੇ ਦੇ ਮੂੰਹ ਦੇ ਵਿੱਚ ਆਉਂਦੀ, ਜਾਂ ਉਹਨੂੰ ਸਿਗਰਟ ਪੀਣ ਵੇਲੇ ਉਹ ਪੁਦੀਨੇ ਦੀ ਸਮੈਲ ਵਰਗਾ ਸਵਾਦ ਆਉਂਦਾ ਉਹਨੂੰ ਉਹਦੇ ਵਿੱਚੋਂ, ਵੀ ਇਹ ਜਿਹੜੀ ਇਸ ਫਲੇਵਰ ਵਾਲੀਆਂ ਸਿਗਰਟਾਂ ਨੇ ਇਹਨਾਂ ਨੂੰ ਬੰਦ ਕਰ ਦਿੱਤਾ ਜਾਵੇ। ਅਤੇ ਇਹਦੇ ਨਾਲ ਜਿਹੜਾ ਕੁਦਰਤੀ ਤੌਰ 'ਤੇ ਜੇ ਇਹ ਬੰਦ ਹੋ ਜਾਣਗੀਆਂ, ਬੈਨ ਹੋ ਜਾਣਗੀਆਂ, ਤਾਂ ਸਿਗਰਟਾਂ ਪੀਣ ਵਾਲਿਆਂ ਦੇ ਵਿੱਚ ਕਮੀ ਆ ਜਾਊਗੀ। ਸਿਗਰਟਾਂ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਸਮੱਸਿਆ ਆ। ਸਾਰੇ ਹੋਰ ਐਕਸੀਡੈਂਟ ਅਤੇ ਬਾਕੀ ਬਿਮਾਰੀਆਂ ਦੇ ਨਾਲ ਉਨੇ ਲੋਕ ਨਹੀਂ ਮਰਦੇ ਜਿੰਨੇ ਇਕੱਲੇ ਸਿਗਰਟਾਂ ਪੀਣ ਦੇ ਨਾਲ ਮਰ ਜਾਂਦੇ ਆ। ਇਹਦਾ ਰੌਲਾ ਇਹ ਆ ਕਿ ਦੂਜੇ ਬੰਦੇ ਲਈ ਵੀ ਇਹ ਖਤਰਨਾਕ ਨਹੀਂ ਜੇ ਇਹਦੇ ਨੇੜੇ ਬੈਠ ਕੇ ਪੀਤੀ ਜਾਂਦੀ। ਤੀਜਾ ਦਾ ਸਭ ਤੋਂ ਵੱਡਾ ਖਤਰਾ ਇਸ ਵੇਲੇ ਦੱਸਿਆ ਜਾ ਰਿਹਾ ਕਿ ਵਾਤਾਵਰਨ ਦੇ ਲਈ ਸਭ ਤੋਂ ਖਤਰਨਾਕ ਆ। ਜੇ ਇਹ ਮੈਂਥੋਲ ਨੂੰ ਬੈਨ ਕਰ ਦਿੱਤਾ ਜਾਵੇ, ਇਹਨੂੰ ਸਿਗਰਟ ਨੂੰ, ਤਾਂ ਇਹਦੇ ਨਾਲ ਕਹਿੰਦੇ ਕਾਫੀ ਸਮੱਸਿਆ ਹੱਲ ਹੋ ਸਕਦੀ ਆ। 40% ਸਮੋਕਰ ਦੇਸ਼ ਦੇ ਵਿੱਚ ਮੈਂਥੋਲ ਨੂੰ ਪ੍ਰੈਫਰ ਕਰਦੇ ਆ। ਆਪਣੇ ਇੱਥੇ ਕੈਨੇਡਾ ਦੇ ਵਿੱਚ ਓਵਰ ਜਿਹੜੇ ਨੌਨ ਮੈਂਥਲ ਸਿਗਰਟਸ ਵਾਲੇ ਨੇ ਉਹ ਉੱਥੇ ਹੈਗੇ ਆ, ਭਾਵੇਂ ਉਹਨਾਂ ਦੀ ਵੀ ਜਿਹੜੀ ਹੈਗੀ ਆ। ਔਰ ਦੂਜੀ ਕਹਿੰਦੇ ਇਹਨਾਂ ਦੀ ਜਿਹੜੀ ਪ੍ਰੈਫਰੈਂਸਿਸ ਹੈਗੀ ਆ ਬਲੈਕ ਪੀਪਲ ਦੇ ਵਿੱਚ, ਜਾਂ ਜਿਹੜੇ ਸੋਸ਼ੀਓ ਇਕਨੋਮਿਕਲੀ ਡਿਫਰੈਂਟ ਡਿਸਐਡਵਾਂਟੇਜਸ ਪਾਪੂਲੇਸ਼ਨ ਆ ਉਹਨਾਂ ਦੇ ਵਿੱਚ ਜ਼ਿਆਦਾ ਹੈਗੀ ਆ। ਗੇ, ਲੈਸਬੀਅਨ, ਬਾਈਸੈਕਸੁਅਲ, ਉਹਨਾਂ ਸਾਰਿਆਂ ਮੈਂਟਲ ਹੈਲਥ ਪ੍ਰੋਬਲਮਸ ਦੇ ਵਿੱਚ ਜਿਹੜੀਆਂ ਇਹਦਾ ਪੈਟਰਨ ਜਿਹੜਾ ਪੀਣ ਦਾ ਵੱਖਰਾ ਵੱਖਰਾ ਦੱਸਿਆ ਜਾ ਰਿਹਾ ਆ। ਅਤੇ ਕਿਹਾ ਇਹ ਜਾ ਰਿਹਾ ਜਿਹੜੀ ਟਬੈਕੋ ਕੰਟਰੋਲ ਆ ਉਹਦੇ ਵੱਲੋਂ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਮੈਂਥੋਲ ਨੂੰ ਬੈਨ ਕਰ ਦਿੱਤਾ ਜਾਵੇ, ਅਤੇ ਇਹਦੇ ਨਾਲ ਵਾਤਾਵਰਨ ਦਾ ਬਹੁਤ ਵੱਡਾ ਫਾਇਦਾ ਹੋਊਗਾ। ਕਿਉਂਕਿ ਜਿਹੜਾ 3.8 ਬਿਲੀਅਨ ਸਿਗਰਟ ਲੀਟਰ ਹਰ ਸਾਲ ਹੁੰਦਾ, 3.8 ਬਿਲੀਅਨ ਸਿਗਰਟ ਜਿਹੜੇ ਉਹਦੇ ਬੱਟ ਹੁੰਦੇ ਆ, ਸਿਗਰਟ ਪੀ ਕੇ ਜਿਹੜਾ ਉਹਦਾ ਪਿਛਲਾ ਟੋਟਾ ਜਿਹਾ ਸਿੱਟ ਦਿੰਦੇ ਆ, ਉਹ ਬਹੁਤ ਖਤਰਨਾਕ ਆ। ਉਹ ਸਾਰਾ ਆਪਣੇ ਆਪ ਦੇ ਵਿੱਚ ਵਾਤਾਵਰਨ ਦੀ ਤਬਾਹੀ ਕਰਦਾ, ਅਤੇ ਉਹਦੇ ਵਿੱਚ ਬਹੁਤ ਕੁਛ ਹੁੰਦਾ ਜਿਹੜਾ ਵਾਤਾਵਰਨ ਦੇ ਵਿੱਚ ਅਲਟੀਮੇਟਲੀ ਤੇ ਉਹ ਵਾਤਾਵਰਨ ਦੇ ਵਿੱਚ ਹੀ ਐਡ ਹੋ ਜਾਂਦਾ ਨਾ, ਜਦੋਂ ਡੀਕੰਪੋਜ਼ ਵੀ ਹੁੰਦਾ ਉਹਦੇ ਤੋਂ ਬਾਅਦ ਵੀ। ਜਿਹੜੀ ਮਤਲਬ ਜਿਹੜੇ ਜਿਨ੍ਹਾਂ ਦੇਸ਼ਾਂ ਦੇ ਵਿੱਚ ਜਦੋਂ ਇਹਨਾਂ ਨੇ ਬੈਨ ਕਰਨਾ ਸ਼ੁਰੂ ਕੀਤਾ ਮੈਂਥੋਲ ਸਿਗਰਟਸ ਨੂੰ 2015 ਤੋਂ ਲੈ ਕੇ 2018 ਤੱਕ, ਤੇ ਬਹੁਤ ਸਾਰੇ ਲੋਕ ਜਿਹੜੇ ਆ ਸਮੋਕਿੰਗ ਛੱਡ ਗਏ ਸੀ। ਅਤੇ ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਅੱਗੇ ਗੱਲਬਾਤ, ਅਮਰੀਕਾ ਦੇ ਵਿੱਚ 1.3 ਮਿਲੀਅਨ ਸਮੋਕਰ ਛੱਡ ਗਏ ਸੀਗੇ ਇਸ ਕਰਕੇ। ਅਤੇ ਜਦੋਂ ਇਹਨੂੰ ਮਲਟੀਪਲਾਈ ਕਰਦੇ ਆ 11.9 ਦੇ ਨਾਲ, ਜਿਹੜੀ ਐਵਰੇਜ ਡੇਲੀ ਨੰਬਰ ਆਫ ਸਿਗਰਟਸ ਪੀਤੀਆਂ ਜਾਂਦੀਆਂ US ਦੇ ਵਿੱਚ, ਤਾਂ ਇਹਨੂੰ ਤੁਸੀਂ ਅੰਦਾਜ਼ਾ ਲਾਇਆ ਜਾ ਸਕਦੇ ਆ ਕਿ ਸਾਲ ਦੇ ਵਿੱਚ 5.8 ਬਿਲੀਅਨ ਦਾ ਅੰਕੜਾ ਪਹੁੰਚ ਜਾਂਦਾ ਆ। ਸੋ ਇਹਦਾ ਮਤਲਬ ਕਿ ਇੰਨੀਆਂ ਸਿਗਰਟਾਂ ਘੱਟ ਪੀ ਹੋਣਗੀਆਂ। ਟਬੈਕੋ ਕੰਟਰੋਲ ਜਿਹੜਾ ਹੈਗਾ ਆ ਉਹ ਇਹਦੇ ਉੱਤੇ ਕੰਮ ਕਰ ਰਿਹਾ ਕਿ ਕਿਸੇ ਨਾ ਕਿਸੇ ਤਰ੍ਹਾਂ ਕੁਛ ਨਾ ਕੁਛ ਇਹਦੇ ਵਿੱਚ ਕੀਤਾ ਜਾਵੇ। ਜਿਹੜਾ ਉਹਦਾ ਬੱਟ ਹੁੰਦਾ, ਉਹਦਾ ਸਿਗਰਟ ਦਾ ਪਿੱਛੇ ਟੋਟਾ ਜਿਹਾ ਬਚ ਜਾਂਦਾ 0.2 ਗ੍ਰਾਮ ਦਾ ਹੁੰਦਾ, ਅਤੇ ਉਹ 3.8 ਜਿਹੜੀਆਂ ਬਿਲੀਅਨ ਫਿਊ ਸਿਗਰਟ ਦਾ ਮਤਲਬ ਆ ਕਿ ਸਟਰੀਟ ਤਾਂ ਬੀਚਸ ਦੇ ਉੱਤੇ ਲਗਭਗ
7 ਲੱਖ 7.5 ਲੱਖ ਕਿਲੋ ਜਿਹੜਾ ਵੇਸਟ ਆ ਹਰ ਸਾਲ ਘਟ ਜਾਊਗਾ। ਤੇ ਇਹ ਮਤਲਬ ਅੰਦਾਜ਼ਾ ਲਾਇਆ ਜਾ ਸਕਦਾ ਕਿ ਕਿੰਨਾ ਜ਼ਿਆਦਾ ਉਹ ਹੁੰਦਾ। ਉਹਦੇ ਵਿੱਚ ਕਹਿੰਦੇ ਖਤਰਨਾਕ ਚੀਜ਼ਾਂ ਵੀ ਬਹੁਤ ਆ ਜਿਹੜਾ ਉਹਦਾ ਬਚ ਜਾਂਦਾ ਆ। ਇਹਦੇ ਨਾਲ ਪ੍ਰੀਮੈਚੁਰ ਡੈਥਸ, ਕਾਰਡੀਓਵੈਸਕੂਲਰ ਡਿਜ਼ੀਜ਼, ਹੋਰ ਕਿੰਨਾ ਕੁਛ ਜਿਹੜੀਆਂ ਬਿਮਾਰੀਆਂ ਉਹਦੇ ਨਾਲ ਲੈਂਡ ਵਾਟਰ ਨੂੰ ਵਿੱਚ ਜਿੰਨਾ ਇਹਦਾ ਹੁਣ ਇਹਦਾ ਆਉਣ ਲੱਗ ਪਿਆ ਵੀ ਇਹ ਬਾਅਦ ਦੇ ਵਿੱਚ ਪਾਣੀ ਨੂੰ ਤੇ ਉਹਨੂੰ ਸਾਰੇ ਕੁਛ ਨੂੰ ਕਿੱਡਾ ਜਿਹੜਾ ਉਹ ਮਤਲਬ ਪੋਲਿਊਟ ਕਰ ਰਿਹਾ, ਉਹਦੇ ਵਿੱਚ ਪ੍ਰਦੂਸ਼ਣ ਕਿੰਨਾ ਫੈਲ ਰਿਹਾ ਹੈ। 600 ਮਿਲੀਅਨ ਦਰਖਤ ਜਿਹੜੇ ਉਹਨਾਂ ਨੂੰ ਕੱਟਣੇ ਪੈਂਦੇ ਆ ਇਹ ਟੋਬੈਕੋ ਦੀ ਕਰੋਪ ਉਗਾਉਣ ਦੇ ਲਈ। ਮਤਲਬ ਤੰਬਾਕੂ ਜਿਹੜੀ ਫਸਲ ਆ ਉਹ ਕਿਤੇ ਤਾਂ ਹੁੰਦੀ ਆ ਨਾ, ਜਿੱਥੇ ਹੁੰਦੀ ਆ 600 ਮਿਲੀਅਨ ਦਰਖਤ ਜਿਹੜੇ ਕੱਟ ਡਾਊਨ ਕੀਤੇ ਗਏ ਆ। ਤੇ 24 ਬਿਲੀਅਨ ਟਨ ਆਫ ਜਿਹੜਾ ਵਾਟਰ ਆ ਉਹ ਚਾਹੀਦਾ ਜਿਹੜੀਆਂ ਇਹਨਾਂ ਸਿਗਰਟਾਂ ਨੂੰ ਬਣਾਉਣ ਦੇ ਲਈ। ਤੇ ਉਹਦੇ ਤੋਂ ਬਾਅਦ ਫਿਰ ਕਿੰਨੀ ਔਰ 18 ਮਿਲੀਅਨ ਟਨ ਕਹਿੰਦੇ ਕਾਰਬਨ ਡਾਈਆਕਸਾਈਡ ਜਿਹੜੀ ਹਵਾ ਦੇ ਵਿੱਚ ਹਰ ਸਾਲ ਛੱਡੀ ਜਾਂਦੀ ਹੈ। ਇੱਕ ਕਾਰਸੀਨੋ ਕੈਮੀਕਲ ਦੱਸਦੇ ਆ ਜਿਹੜਾ ਹੈਵੀ ਮੈਟਲਸ ਨੇ, ਆਰਸੈਨਿਕ ਜਾਂ ਲੈਡ ਜਿਹੜੀਆਂ ਦੂਜੀਆਂ ਚੀਜ਼ਾਂ ਹੈਗੀਆਂ ਉਹ ਸਿਗਰਟ ਦੇ ਵਿੱਚ ਆਮ ਤੌਰ 'ਤੇ ਹੁੰਦੀਆਂ ਅਤੇ ਉਹ ਫਿਰ ਮੁੜ ਕੇ ਵਾਟਰਵੇ ਦੇ ਵਿੱਚ ਜਾਂ ਸਾਡੀ ਫੂਡ ਚੇਨ ਦੇ ਵਿੱਚ ਕਿਤੇ ਨਾ ਕਿਤੇ ਸ਼ਾਮਲ ਹੋ ਜਾਂਦੀ ਹੈ, ਜਿਹਦਾ ਵੱਡਾ ਨੁਕਸਾਨ ਹੁੰਦਾ। ਜਿਹੜੇ ਮਾਹਰ ਨੇ ਉਹ ਹੁਣ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਤੋੜ ਕੇ ਦੇਖ ਰਹੇ ਆ ਵੀ ਜੇ ਮੈਂਥਲ ਜਾਂ ਬਿਨਾਂ ਮੈਂਥਲ ਵਾਲੀਆਂ ਸਿਗਰਟਾਂ ਨੂੰ ਤਬਦੀਲੀ ਕਰਕੇ ਬੰਦ ਕਰ ਦਿੱਤਾ ਜਾਵੇ ਤਾਂ ਇਹਦੇ ਨਾਲ ਵੱਡਾ ਫਾਇਦਾ ਹੋ ਸਕਦਾ। ਦੋਸਤੋ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਆਪਾਂ ਫਿਰ ਹਾਜ਼ਰ ਹੋਵਾਂਗੇ ਕੁਛ ਨਵੀਆਂ ਗੱਲਾਂ ਬਾਤਾਂ ਨਾਲ, ਕੈਨੇਡਾ ਦੇ ਕੁਛ ਨਵੇਂ 8-10 ਮੁੱਦਿਆਂ ਨਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।